ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 126 ਤੇ ਉੱਤੋਂ ਦੂਸਰੀ ਪੰਕਤੀ ਹੈ। ਮਾਝ ਮਹਿਲਾ ਤੀਜਾ। ਰਾਗ ਦਾ ਨਾਮ ਹੈ ਮਾਝ, ਮਹਿਲਾ ਤੀਜਾ ਦਾ ਮਤਲਬ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਸਦਾ ਸਰੇਵੀਂ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਕਿ ਜਿਹੜਾ ਮੇਰਾ ਪਰਮਾਤਮਾ ਹੈ ਭਰਪੂਰ ਰਿਹਾ ਸਭ ਥਾਈਂ, ਉਹ ਸਾਰੇ ਥਾਵਾਂ 'ਤੇ ਵਸਦਾ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਵਸਦਾ, ਉਹ ਸਭ ਥਾਂ 'ਤੇ ਵਸਦਾ ਹੈ। ਗੁਰ ਪ੍ਰਸਾਦੀ ਘਰ ਹੀ ਮੈਂ ਪਾਈ, ਗੁਰੂ ਦੀ ਕਿਰਪਾ ਨਾਲ ਉਸ ਨੂੰ ਮੈਂ ਆਪਣੇ ਘਰ, ਆਪਣੇ ਹਿਰਦੇ ਵਿੱਚ ਹੀ ਪਾ ਸਕਦਾ ਹਾਂ, ਕਿਉਂਕਿ ਉਹ ਅੰਦਰ ਵੀ ਵਸਦਾ ਹੈ। ਪਰ ਮਿਲਦਾ ਕਿਵੇਂ ਹੈ? ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਉਸ ਨੂੰ ਮੈਂ ਆਪਣੇ ਘਰ ਵਿੱਚ, ਆਪਣੇ ਹਿਰਦੇ 'ਚ ਪਾ ਸਕਦਾ ਹਾਂ। ਇਸ ਲਈ ਕਹਿੰਦੇ ਮੈਂ ਕੀ ਕਰਦਾ? ਸਦਾ ਸਰੇਵੀਂ ਇੱਕ ਮਨ ਧਿਆਈ। ਮੈਂ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ ਹਾਂ, ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਧਿਆਉਂਦਾ ਹਾਂ। ਗੁਰਮੁਖ ਸੱਚ ਸਮਾਵਣੇ, ਤਾਂ ਜੋ ਗੁਰੂ ਰਾਹੀਂ ਮੈਂ ਉਸ ਸੱਚ ਦੇ ਵਿੱਚ ਸਮਾ ਸਕਾਂ, ਪਰਮਾਤਮਾ ਦੇ ਵਿੱਚ ਲੀਨ ਹੋ ਸਕਾਂ। ਨਿਰਾ ਸਿਮਰਨ ਕਰਨ ਨਾਲ ਨਹੀਂ ਹੁੰਦਾ, ਇਹ ਜ਼ਰੂਰੀ ਹੈ ਗੁਰੂ ਦੀ ਕਿਰਪਾ ਹੁੰਦੀ। ਗੁਰੂ ਦੀ ਕਿਰਪਾ ਤਾਂ ਹੁੰਦੀ ਹੈ ਜੇ ਆਪਾਂ ਗੁਰੂ ਮਹਾਰਾਜ ਦੇ ਆਖੇ ਲੱਗੀਏ, ਜੇ ਗੁਰਮੁਖ ਬਣੀਏ। ਮੰਨ ਲਓ ਮੈਂ ਨਾਮ ਜਪਦਾ ਰਹਿਣਾ ਦਿਨ ਰਾਤ, ਪਰ ਜਿਵੇਂ ਗੁਰਬਾਣੀ ਕਹਿੰਦੇ ਉਵੇਂ ਜੀਵਨ ਨਹੀਂ ਜਿਉਂਦਾ, ਤਾਂ ਮੈਨੂੰ ਰੱਬ ਨਹੀਂ ਮਿਲੇਗਾ, ਉਹ ਮੇਰੇ ਅੰਦਰ ਪ੍ਰਗਟ ਨਹੀਂ ਹੋਵੇਗਾ, ਕਿਉਂਕਿ ਗੁਰੂ ਮਹਾਰਾਜ ਮੇਰੇ ਤੋਂ ਖੁਸ਼ ਨਹੀਂ ਹੋਣਗੇ। ਸੋ ਗੁਰਮੁਖ ਹੋਣਾ ਜ਼ਰੂਰੀ ਹੈ। ਬੁਰਾਈਆਂ ਤਿਆਗ ਕੇ ਫਿਰ ਨਾਮ ਜਪਣਾ, ਫਿਰ ਕਿਸੇ ਵੇਲੇ ਸਾਡੀ ਗੱਲ ਬਣ ਸਕਦੀ ਹੈ। ਅਗਰ ਅੰਦਰ ਬੁਰਾਈਆਂ ਵੀ ਨੇ ਅਤੇ ਬਾਣੀ ਵੀ ਪੜ੍ਹੀ ਜਾ ਰਹੀ ਹੈ, ਨਾਮ ਵੀ ਜਪਿਆ ਜਾ ਰਿਹਾ, ਫਿਰ ਗੱਲ ਨਹੀਂ ਬਣਦੀ। ਬੁਰਾਈਆਂ ਦਾ ਤਿਆਗ ਕਰਕੇ ਹੀ ਗੱਲ ਬਣਿਆ ਕਰਦੀ ਹੈ। ਹੁਣ ਸੱਜਣ ਠੱਗ ਸੀ, ਨਾਮ ਤੇ ਉਹ ਵੀ ਜਪਦਾ ਸੀ, ਪਰ ਉਹ ਠੱਗੀਆਂ ਕਰਦਾ ਸੀ। ਇਸ ਲਈ ਗੁਰੂ ਨਾਨਕ ਦੇਵ ਉਹਦੇ ਕੋਲ ਗਏ, ਉਹਨੂੰ ਸਮਝਾਇਆ, ਫਿਰ ਉਹਨੇ ਠੱਗੀਆਂ ਛੱਡਦੀਆਂ, ਫਿਰ ਉਹ ਨਾਮ ਜਪਣ ਲੱਗਾ। ਅਸਲ ਬੁਰਾਈ ਤਿਆਗ ਕੇ ਹੀ ਨਾਮ ਜਪਿਆ ਜਾ ਸਕਦਾ, ਉਹਨੂੰ ਫਲ ਤਾਂ ਲੱਗਦਾ। ਅੰਦਰ ਬੁਰਾਈਆਂ ਰੱਖ ਕੇ ਨਾਮ ਜਪੀ ਜਾਣ ਨਾਲ ਫਲ ਨਹੀਂ ਲੱਗਦਾ। ਤਾਂ ਕਹਿੰਦੇ ਨੇ ਸਦਾ ਸਰੇਵੀਂ ਇੱਕ ਮਨ ਧਿਆਈ। ਮੈਂ ਸਦਾ ਹੀ ਪਰਮਾਤਮਾ ਦਾ ਸਿਮਰਨ ਕਰਦਾ, ਸਦਾ ਹੀ ਇੱਕ ਮਨ ਨਾਲ ਉਹਨੂੰ ਧਿਆਉਂਦਾ ਹਾਂ। ਗੁਰਮੁਖ ਸੱਚ ਸਮਾਵਣ, ਤਾਂ ਜੋ ਮੈਂ ਗੁਰੂ ਦੇ ਰਾਹੀਂ ਸੱਚ ਵਿੱਚ ਸਮਾ ਸਕਾਂ, ਪਰਮਾਤਮਾ ਵਿੱਚ ਲੀਨ ਹੋ ਸਕਾਂ। ਹੋਂ ਵਾਰੀ ਜੀਓ ਵਾਰੀ, ਜਗ ਜੀਵਨ ਮਨ ਵਸਾਵਨੇ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣੇ। ਹੋਂ ਵਾਰੀ ਜੀਓ ਵਾਰੀ, ਜੀਓ ਮੈਨੇ ਜਿੰਦ, ਵਾਰਨ ਹੁੰਦਾ ਕੁਰਬਾਨ ਕਰਨਾ। ਮੈਂ ਆਪਣੀ ਜਿੰਦ ਉਸ ਤੋਂ ਵਾਰਦਾ ਹਾਂ, ਕੁਰਬਾਨ ਕਰਦਾ ਹਾਂ। ਕਿਸ ਤੋਂ? ਜਗ ਜੀਵਨ ਮਨ ਵਸਾਵਨੇ, ਸੰਸਾਰ ਨੂੰ ਜੀਵਨ ਦੇਣ ਵਾਲਾ ਪਾਪ ਪਰਮਾਤਮਾ। ਜਿਹੜਾ ਪਰਮਾਤਮਾ ਨੂੰ ਮਨ 'ਚ ਵਸਾ ਲੈਂਦਾ ਨਾ, ਕਹਿੰਦਾ ਮੈਂ ਉਸ ਤੋਂ ਬਲਿਹਾਰ ਜਾਂਦਾ। ਗੁਰੂ ਪਰਮਾਤਮਾ ਅੰਦਰ ਤਾਂ ਵਸਦਾ ਜੇ ਅੰਦਰੋਂ ਬੁਰਾਈਆਂ ਬਾਹਰ ਨਿਕਲਣ। ਆਸਾ ਦੀ ਵਾਰ 'ਚ ਵਸਤੂ ਅੰਦਰ ਵਸਤ ਸਮਾਵੇ, ਜੇ ਦੂਜੀ ਹੋਵੇ ਪਸ। ਕਿਸੇ ਭਾਂਡੇ ਵਿੱਚ ਕੋਈ ਚੀਜ਼ ਤਾਂ ਹੀ ਆ ਸਕਦੀ ਜੇ ਪਹਿਲੀ ਉਸ ਕੱਢ ਲਈ ਜਾਵੇ। ਜੇ ਭਾਂਡਾ ਪਹਿਲੇ ਹੀ ਭਰਿਆ ਹੋਇਆ ਤਾਂ ਹੋਰ ਚੀਜ਼ ਉਸ ਵਿੱਚ ਨਹੀਂ ਪਾਈ ਜਾ ਸਕਦੀ।
ਜੇ ਸਾਡਾ ਮਨ ਰੂਪੀ ਭਾਂਡਾ ਬੁਰਾਈਆਂ ਨਾਲ ਭਰਿਆ ਪਿਆ, ਇਸ ਨਾਮ ਨਹੀਂ ਵਸ ਸਕਦਾ। ਫਿਰ ਬੁਰਾਈਆਂ ਦਾ ਤਿਆਗ ਕਰਾਂਗੇ, ਭਾਂਡਾ ਖਾਲੀ ਹੋਵੇਗਾ, ਫਿਰ ਨਾਮ ਨਾਲ ਭਰੇਗਾ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣੇ। ਪਰਮਾਤਮਾ ਜਿਹੜਾ ਹੈ ਹਰ ਜਗ ਜੀਵਨ, ਜਗਤ ਨੂੰ ਜੀਵਨ ਦੇਣ ਵਾਲਾ ਹੈ। ਨਿਰਭਉ, ਉਹ ਡਰ ਤੋਂ ਰਹਿਤ ਹੈ। ਦਾਤਾ, ਉਹ ਦਾਤਾ ਦੇਣ ਵਾਲਾ ਹੈ। ਗੁਰਮਤਿ ਸਹਿਜ ਸਮਾਵਣੇ, ਗੁਰੂ ਦੀ ਮੱਤ 'ਤੇ ਚੱਲ ਕੇ ਹੀ ਉਸ ਪਰਮਾਤਮਾ ਵਿੱਚ ਸਮਾਇਆ ਜਾ ਸਕਦਾ ਹੈ, ਉਸ ਪਰਮਾਤਮਾ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਸੋ ਗੁਰੂ ਦੀ ਮੱਤ 'ਤੇ ਚੱਲਣਾ, ਭਾਵ ਗੁਰਬਾਣੀ ਅਨੁਸਾਰ ਜੀਵਨ ਜਿਉਣਾ, ਇਹ ਬਹੁਤ ਜ਼ਰੂਰੀ ਹੈ। ਜਿਸ ਨੇ ਵੀ ਇਸ ਪਾਸੇ ਲੱਗਣਾ ਹੈ, ਉਹਨੂੰ ਬੁਰਾਈਆਂ ਤਿਆਗਣੀਆਂ ਪੈਣਗੀਆਂ। ਨਹੀਂ ਤਾਂ ਫਿਰ ਉਹ ਕਹੀ ਜਾਏਗਾ ਜੀ ਮੇਰੀ ਕੋਈ ਗੱਲ ਨਹੀਂ ਬਣ ਰਹੀ ਜੀ। ਗੱਲ ਇਸੇ ਲਈ ਨਹੀਂ ਬਣ ਰਹੀ, ਅੰਦਰ ਬੁਰਾਈਆਂ ਰੂਪੀ ਕੀੜੇ ਨੇ, ਉਹ ਸਾਡੀ ਫਸਲ ਨੂੰ ਖਾ ਜਾਂਦੇ ਨੇ। ਅੱਗੇ ਕਹਿੰਦੇ ਘਰ ਮੈਂ ਧਰਤੀ ਧੌਲ ਪਾਤਾਲਾ, ਕਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹਿ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣੇ। ਧਰਤੀ ਧੌਲ ਪਤਾਲਾ, ਧੌਲ ਹੁੰਦਾ ਆਸਰਾ। ਧਰਤੀ ਦਾ ਤੇ ਪਤਾਲਾਂ ਦਾ ਜਿਹੜਾ ਆਸਰਾ ਹੈ, ਉਹ ਹੈ ਪਰਮਾਤਮਾ। ਘਰ ਮੈਂ, ਉਹ ਸਾਡੇ ਹਿਰਦੇ ਦੇ ਵਿੱਚ ਹੀ ਹੈ। ਉਹ ਪਰਮਾਤਮਾ ਜੋ ਧਰਤੀ ਅਤੇ ਪਾਤਾਲ ਦਾ ਆਸਰਾ ਹੈ, ਜਿਹਦੇ ਆਸਰੇ ਸਾਰਾ ਕੁਝ ਖੜ੍ਹਾ ਹੈ। ਨਾ ਧਰਤੀ ਦੇ ਹੇਠਾਂ ਕੋਈ ਥੰਮਲੇ ਨੇ ਅਤੇ ਨਾ ਆਕਾਸ਼ ਦੇ ਹੇਠਾਂ ਕੋਈ ਥੰਮਲੇ ਨੇ, ਸਭ ਕੁਝ ਖੜ੍ਹਾ। ਉਹ ਕਿਹਦੇ ਆਸਰੇ ਖੜ੍ਹੇ ਨੇ? ਸਭ ਪਰਮਾਤਮਾ ਦੇ ਆਸਰੇ ਖੜ੍ਹੇ, ਉਹਦੇ ਹੁਕਮ 'ਚ ਖੜ੍ਹੇ ਨੇ। ਸੋ ਉਹ ਪਰਮਾਤਮਾ ਜਿਹਦੇ ਆਸਰੇ ਧਰਤੀ ਤੇ ਪਾਤਾਲ ਖੜ੍ਹੇ ਨੇ, ਘਰ ਮੈਂ, ਉਹ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਹੀ ਹੈ। ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਬਾਲਾ ਮਨੇ ਨੌਜਵਾਨ। ਪਰਮਾਤਮਾ ਨਾ ਬੱਚਾ ਨਾ ਬੁੱਢਾ ਹੈ, ਉਹ ਨੌਜਵਾਨ ਹੈ, ਉਹ ਪਿਆਰਾ ਹੈ। ਪਿਆਰਾ ਪਰਮਾਤਮਾ ਜੋ ਨੌਜਵਾਨ ਹੈ, ਸਦਾ ਹੀ ਸਾਡੇ ਘਰ ਵਿੱਚ ਵਸਦਾ ਹੈ, ਸਾਡੇ ਹਿਰਦੇ 'ਚ ਰਹਿੰਦਾ ਹੈ। ਸਦਾ ਆਨੰਦ ਰਹੇ ਸੁਖ ਦਾਤਾ, ਪਰਮਾਤਮਾ ਸੁੱਖਾਂ ਦਾ ਦਾਤਾ ਹੈ, ਉਹ ਸਦਾ ਹੀ ਆਨੰਦ 'ਚ ਰਹਿੰਦਾ। ਗੁਰਮਤਿ ਸਹਿਜ ਸਮਾਵਣੇ, ਹੁਣ ਇਹੋ ਜਿਹੇ ਪਰਮਾਤਮਾ ਦੇ ਨਾਲ ਮਿਲਣਾ ਤਾਂ ਕਹਿੰਦੇ ਗੁਰਮਤਿ, ਗੁਰੂ ਦੀ ਮੱਤ ਰਾਹੀਂ ਉਸ ਸਹਿਜ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ, ਉਹਦੇ 'ਚ ਲੀਨ ਹੋਇਆ ਜਾ ਸਕਦਾ ਹੈ। ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਚੂਕੈ ਫੇਰਾ, ਗੁਰਮੁਖ ਹੋਵੇ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ। ਜੇ ਕਾਇਆ ਬੋਲਾਂਗੇ ਤਾਂ ਹਿੰਦੀ ਦਾ ਸ਼ਬਦ ਹੈ, ਕਾਇਆ ਬੋਲਾਂਗੇ ਪੰਜਾਬੀ ਦਾ ਹੈ। ਸੋ ਇਹ ਤੁਹਾਡੀ ਮਰਜ਼ੀ ਹੈ, ਚਾਹੇ ਪੜ੍ਹਨ ਨੂੰ ਕਾਇਆ ਬੋਲੋ, ਚਾਹੇ ਕਾਇਆ ਬੋਲੋ, ਅਰਥ ਕੋਈ ਹੈ ਸਰੀਰ। ਕਾਇਆ ਅੰਦਰ ਹਉਮੈ ਮੇਰਾ, ਇਸ ਸਰੀਰ ਦੇ ਵਿੱਚ ਇੱਕ ਤੇ ਹਉਮੈ ਹੈ, ਇੱਕ ਮੇਰਾ ਹੈ, ਮੋਹ ਹੈ। ਇੱਕ ਤੇ ਹਉਮੈ ਦੇ 'ਚ, ਇੱਕ ਇਹਦੇ 'ਚ ਮੋਹ ਹੈ। ਇਸ ਕਰਕੇ ਜੰਮਣ ਮਰਨਾ ਚੂਕੈ ਫੇਰਾ, ਫੇਰਾ ਹੁੰਦਾ ਗੇੜਾ। ਇਸ ਲਈ ਜੰਮਣ ਮਰਨ ਦਾ ਚੱਕਰ ਮੁੱਕਦਾ ਹੀ ਨਹੀਂ ਹੈ, ਚੂਕੈ ਬਣ ਮੁੱਕਣਾ। ਇਸ ਲਈ ਜੰਮਣ ਮਰਨ ਬਣੇ ਹੀ ਰਹਿੰਦਾ ਹੈ। ਅੰਦਰੋਂ ਹਉਮੈ ਮੋਹ ਖਤਮ ਹੋਵੇ ਤਾਂ ਜੰਮਣ ਮਰਨ ਖਤਮ ਹੋਵੇ। ਉਹ ਅੰਦਰ, ਇਸ ਲਈ ਜੰਮਣ ਮਰਨ ਦਾ ਚੱਕਰ ਮੁੱਕਦਾ ਹੀ ਨਹੀਂ ਹੈ। ਗੁਰਮੁਖ ਹੋਵੇ ਸੋ ਹਉਮੈ ਮਾਰੇ। ਹਾਂ, ਜੇ ਕੋਈ ਗੁਰਮੁਖ ਹੋ ਜੇ, ਗੁਰੂ ਦੇ ਆਖੇ ਲੱਗੇ, ਉਹ ਆਪਣੇ ਅੰਦਰੋਂ ਹਉਮੈ ਮਾਰ ਸਕਦਾ ਹੈ।
ਕਿਵੇਂ ਮਾਰੇਗਾ ਉਹ? ਸੱਚੋ ਸੱਚ ਧਿਆਵਨ। ਸੱਚੋ ਸੱਚ ਪਰਮਾਤਮਾ, ਉਹ ਪਰਮਾਤਮਾ ਨੂੰ ਧਿਆਉਂਦਾ ਹੈ ਅਤੇ ਆਪਣੇ ਅੰਦਰ ਹਉਮੈ ਨੂੰ ਮਾਰ ਲੈਂਦਾ ਹੈ। ਜਦੋਂ ਅੰਦਰ ਹਉਮੈ ਮੇਰਾ ਖਤਮ ਹੋ ਗਿਆ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਤਾਂ ਹੀ ਜੇ ਅਸੀਂ ਗੁਰਮੁਖ ਹੋਈਏ। ਆਪਣੀ ਮਰਜ਼ੀ ਕੀਤਿਆਂ ਨਹੀਂ ਗੱਲ ਬਣੇਗੀ। ਜਿਹੜਾ ਬੰਦਾ ਆਪਣੀ ਮਰਜ਼ੀ ਕਰਦਾ ਉਹ ਗੁਰਮੁਖ ਨਹੀਂ ਹੋਇਆ ਕਰਦਾ, ਉਹ ਮਨਮੁਖ ਹੋਇਆ ਕਰਦਾ। ਉਹ ਮਨਮੁਖ ਹੁੰਦਾ। ਜਿਹੜਾ ਗੁਰੂ ਦੇ ਆਖੇ ਲੱਗਦਾ ਉਹ ਗੁਰਮੁਖ ਹੁੰਦਾ। ਜਦੋਂ ਗੁਰੂ ਨਾਨਕ ਦੇਵ ਜੀ ਸੰਗਤ ਨੂੰ ਲੈ ਕੇ ਜੰਗਲ 'ਚ ਚਲੇ ਗਏ, ਆਪਣੇ ਵੱਡੇ ਪੁੱਤਰ ਸ਼੍ਰੀ ਚੰਦ ਨੂੰ ਕਹਿੰਦੇ ਵੀ ਸ਼੍ਰੀ ਚੰਦ, ਆ ਲੈ ਖੇਸ, ਆ ਕਿੱਕਰ ਦੇ ਦਰਖਤ ਹੇਠਾਂ ਵਿਛਾ ਲੈ, ਇਹਦੇ ਉੱਤੇ ਚੜ੍ਹ ਜਾ, ਇਹ ਦਰਖਤ ਨੂੰ ਹਿਲਾ, ਮਠਿਆਈ ਡਿੱਗੇਗੀ। ਉਹ ਕਹਿੰਦੇ ਪਿਤਾ ਜੀ, ਕਦੇ ਦਰਖਤਾਂ ਨੂੰ ਵੀ ਮਠਿਆਈਆਂ ਲੱਗੀਆਂ, ਆਪਣੀ ਮਰਜ਼ੀ ਕੀਤੀ ਨਾ, ਉਹ ਗੁਰਮੁਖ ਦੇ ਨਾ ਹੋਇਆ। ਲਖਮੀ ਦਾ ਤੂੰ ਚੜ੍ਹ, ਉਹ ਵੀ ਇਸ ਤਰ੍ਹਾਂ ਕਹਿੰਦੇ। ਦੂਜੇ ਹੱਸ ਰਹੇ ਨੇ ਵੀ ਕਦੇ ਕਿੱਕਰ ਨੂੰ ਵੀ ਮਠਿਆਈਆਂ ਲੱਗੀਆਂ ਨੇ। ਕਿਉਂ? ਉਹਨਾਂ ਦੀ ਆਪਣੀ ਸੋਚ ਹੈ। ਸਿੱਖ ਦੀ ਸੋਚ ਅਤੇ ਗੁਰੂ ਦੀ ਸੋਚ ਅੰਤਰ ਹੈ, ਇਸ ਲਈ ਗੱਲ ਬਣਦੀ ਨਹੀਂ। ਜਦੋਂ ਅਸੀਂ ਆਪਣੀ ਸੋਚ ਨੂੰ ਗੁਰੂ ਦੀ ਸੋਚ ਦੇ ਅਨੁਸਾਰ ਕਰਾਂਗੇ, ਫਿਰ ਹੀ ਗੱਲ ਬਣੇਗੀ। ਕਹਿੰਦੇ ਲੈਣਾ ਜੀ, ਤੁਸੀਂ ਚੜੋ, ਕਿ ਸਤਿਵਚਨ ਜੀ। ਉਹ ਚੜ੍ਹੇ, ਸੱਚੀ ਮੁੱਚੀ ਮਠਿਆਈ ਡਿੱਗ ਰਹੀ ਹੈ, ਸੱਚੀ ਮਠਿਆਈ ਡਿੱਗ ਰਹੀ। ਤੁਸੀਂ ਕਹੋਗੇ ਕਿੱਕਰਾਂ ਨੂੰ ਹੀ ਮਠਿਆਈ ਲੱਗਦੀ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਉਹ ਬਹੁਤ ਕੁਛ ਕਰ ਸਕਦੇ ਹੁੰਦੇ ਨੇ, ਉਹ ਬਹੁਤ ਕੁਛ ਕਰ ਸਕਦੇ ਨੇ। ਇੱਕ ਕਿੱਕਰਾਂ ਮਠਿਆਈਆਂ ਡਿੱਗਣੀ ਤਾਂ ਮਾਮੂਲੀ ਜਿਹੀਆਂ ਗੱਲਾਂ ਹਨ। ਉਹ ਤਾਂ ਡਿੱਗਦੇ ਹੋਏ ਪਹਾੜ ਨੂੰ ਰੋਕ ਦਿੰਦੇ ਨੇ। ਗੁਰੂ ਨਾਨਕ ਦੇਵ ਨੇ ਰੋਕਤਾ ਸੀ। ਸਵਾਮੀ ਰਾਮ ਜੀ ਦੇ ਮੈਂ ਜੀਵਨ ਪੜ੍ਹ ਰਿਹਾ ਸੀ, ਆਪਣੇ ਸਵਾਮੀ ਬਾਰੇ ਲਿਖਦੇ ਸਨ। ਕਹਿੰਦੇ ਮੈਂ ਅਤੇ ਮੇਰੇ ਸਵਾਮੀ ਜੀ ਪਹਾੜਾਂ 'ਤੇ ਜਾ ਰਹੇ, ਉਹ ਪਹਾੜਾਂ 'ਤੇ ਰਹਿੰਦੇ ਸਨ। ਬਰਸਾਤ ਦਾ ਮੌਸਮ ਸੀ, ਉੱਤੋਂ ਪਹਾੜ ਡਿੱਗ ਰਿਹਾ। ਮੈਂ ਕਿਹਾ ਸਵਾਮੀ ਜੀ ਰੁਕ ਜਾਓ, ਪਹਾੜ ਡਿੱਗ ਰਿਹਾ। ਉਹ ਪਹਾੜ ਵੱਲ ਵੇਖ ਕੇ ਕਹਿੰਦੇ ਐ ਪਰਬਤ ਰੁਕ ਜਾਓ। ਕਹਿੰਦੇ ਪਹਾੜ ਉੱਥੇ ਰੁਕੇ। ਅਸੀਂ ਲੰਘ ਗਏ। ਜਦੋਂ ਲੰਘ ਕੇ ਕਹਿੰਦੇ ਐ ਪਰਬਤ ਅਗਰ ਤੁਮਨੇ ਗਿਰਨਾ ਹੈ ਤਾਂ ਗਿਰ ਜਾਓ। ਅਤੇ ਪਹਾੜ ਧੜਮ ਕਰਕੇ ਸੜਕ 'ਤੇ ਡਿੱਗ ਪਿਆ। 3 ਦਿਨ ਸੜਕ ਬੰਦ ਰਹੀ। ਸਰਕਾਰ ਨੇ ਲਿਆ ਕੇ ਮਸ਼ੀਨਾਂ ਫਿਰ ਸੜਕ ਸਾਫ਼ ਕੀਤੀ। ਇਸ ਲਈ ਇਹ ਜਿਹੜੀ ਹੈ ਕੁਦਰਤ, ਇਹ ਬ੍ਰਹਮ ਗਿਆਨੀ ਦੇ ਅਧੀਨ ਹੁੰਦੀ ਹੈ। ਉਹ ਸਖਤ ਨੂੰ ਨਰਮ ਕਰ ਸਕਦਾ, ਨਰਮ ਨੂੰ ਸਖਤ ਕਰ ਸਕਦਾ, ਮੁਰਦੇ ਨੂੰ ਜਿਉਂਦਿਆਂ ਕਰਦਾ, ਜਿਉਂਦਿਆਂ ਨੂੰ ਮਾਰ ਸਕਦਾ ਹੁੰਦਾ ਹੈ। ਇਸ ਲਈ ਕੋਈ ਅਜੀਬੋ ਗਰੀਬ ਗੱਲ ਨਹੀਂ ਹੈਗੀ। ਹਾਂ, ਜਿਹਨੂੰ ਧਰਮ ਦਾ ਕੋਈ ਨਹੀਂ ਪਤਾ, ਉਹ ਭਾਵੇਂ ਇਹਨਾਂ ਗੱਲਾਂ 'ਤੇ ਡਾਊਟ ਕਰਦਾ ਰਹੇ। ਸੋ ਗੁਰੂ ਮਹਾਰਾਜ ਕਹਿੰਦੇ ਜੇ ਗੁਰਮੁਖ ਹੋਏਗਾ ਤਾਂ ਆਪਣੇ ਅੰਦਰ ਹਉਮੈ ਮਾਰ ਲਏਗਾ। ਕਿਵੇਂ ਮਾਰੇਗਾ? ਸੱਚੋ ਸੱਚ ਧਿਆਵੇ ਨਾ, ਉਹ ਪਰਮਾਤਮਾ ਨੂੰ ਧਿਆਵੇਗਾ। ਪਰਮਾਤਮਾ ਨੂੰ ਧਿਆ ਕੇ ਆਪਣੇ ਅੰਦਰ ਹਉਮੈ ਮਾਰ ਲਏਗਾ। ਜਦੋਂ ਹਉਮੈ ਖਤਮ ਹੋ ਗਈ, ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਗਿਆ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀਂ ਹਾਹਨ ਪਿਆਰੀ ਬਿੰਦੀ। ਕਾਇਆ ਅੰਦਰ ਪਾਪ, ਕਾਇਆ ਅੰਦਰ ਪੁੰਨ, ਪਾਪ ਪੁੰਨ ਦੋਏ ਭਾਈ, ਦੋਹੀਂ ਮਿਲ ਕੇ ਸ੍ਰਿਸ਼ਟ ਪਾਈ। ਦੋਵੇਂ ਮਾਰ ਜਾਏ ਇਕਤ ਘਰ ਆਵੇ, ਗੁਰਮਤਿ ਸਹਿਜ ਸਮਾਵਣੇ। ਕਾਏ ਅੰਦਰ ਪਾਪ ਪੁੰਨ ਦੋਏ ਪਏ। ਹੈ ਭਰਾਓ, ਕਹਿੰਦੇ ਸਰੀਰ ਦੇ ਪਾਪ ਵੀ ਹੈ, ਪੁੰਨ ਵੀ ਹੈ। ਕਿਉਂ? ਜੇ ਹੈਣ ਤਾਂ ਹੀ ਅਸੀਂ ਪਾਪ ਅਤੇ ਪੁੰਨ ਕਰਦੇ ਹਾਂ ਨਾ। ਜੇ ਇਹ ਅੰਦਰ ਹੋਣ ਹੀ ਨਾ, ਫਿਰ ਅਸੀਂ ਨਹੀਂ ਕਰ ਸਕਦੇ। ਜੋ ਸਾਡੇ ਅੰਦਰ ਹੈ ਉਹੀ ਅਸੀਂ ਬਾਹਰ ਕਰਦੇ ਹਾਂ। ਯਾਦ ਰੱਖਿਓ,
ਸ਼ਰਾਬ ਉਹੀ ਲੋਕ ਪੀਂਦੇ ਨੇ ਜਿਹੜੇ ਪਿਛਲੇ ਜਨਮ 'ਚ ਪੀਂਦੇ ਰਹੇ। ਹੁਣ ਇਹਦੇ ਅੰਦਰ ਸ਼ਰਾਬ ਸੀ, ਇਹ ਹੁਣ ਵੀ ਪੀਂਦੇ ਨੇ, ਕਿਉਂਕਿ ਹੁਣ ਵੀ ਪੀਂਦੇ ਨੇ, ਇਸ ਲਈ ਅਗਲੇ ਜਨਮ 'ਚ ਹੀ ਪੀਣਗੇ। ਮੀਟ ਉਹੀ ਬੰਦਾ ਖਾਏਗਾ ਜਿਹੜਾ ਪਿਛਲੇ ਜਨਮ 'ਚ ਖਾਂਦਾ ਰਿਹਾ, ਦੂਜਾ ਨਹੀਂ ਖਾਏਗਾ, ਕਿਉਂਕਿ ਉਹਦੇ ਅੰਦਰ ਮੀਟ ਹੈ, ਉਹਨੂੰ ਇਸ 'ਤੇ ਵੀ ਚੰਗਾ ਲੱਗਦਾ। ਸਾਡੇ ਅੰਦਰ ਪੁੰਨ ਵੀ ਹੈ, ਕੁਝ ਅਸੀਂ ਪੁੰਨ ਕਰਮ ਕਰਦੇ ਹਾਂ, ਸਾਡੇ ਅੰਦਰ ਪਾਪ ਵੀ ਹੈ, ਕੁਝ ਅਸੀਂ ਪਾਪ ਕਰਮ ਕਰਦੇ ਹਾਂ। ਜੇ ਅੰਦਰ ਪਾਪ ਹੋਵੇ ਹੀ ਨਾ, ਅਸੀਂ ਪਾਪ ਕਰ ਹੀ ਨਹੀਂ ਸਕਦੇ। ਇਹ ਯਾਦ ਰੱਖਣਾ, ਜੋ ਕੁਛ ਇਨਸਾਨ ਕਰ ਰਿਹਾ, ਮਤਲਬ ਉਹਦੇ ਅੰਦਰ ਹੀ ਹੈ, ਬਾਹਰੋਂ ਨਹੀਂ ਕੁਛ ਆਇਆ। ਬਾਹਰੋਂ ਤਾਂ ਸਿਰਫ ਸੰਗਤ ਮਿਲੀ, ਬਾਹਰੋਂ ਸਿਰਫ ਸੰਗਤ ਮਿਲੀ, ਅੰਦਰ ਸਭ ਕੁਝ ਸੀ। ਬਾਹਰੋਂ ਭੈੜੇ ਲੋਕ ਟੱਕਰ ਗਏ, ਅੰਦਰ ਬੁਰਾਈ ਪ੍ਰਗਟ ਹੋ ਗਈ। ਜਦ ਚੰਗੇ ਲੋਕ ਟੱਕਰ ਜਾਂਦੇ, ਅੰਦਰ ਚੰਗਿਆਈ ਪ੍ਰਗਟ ਹੋ ਜਾਂਦੀ ਹੈ। ਸਾਡੇ ਅੰਦਰ ਹੀ ਸਭ ਕੁਛ ਹੈ। ਅਸੀਂ ਅੰਦਰੋਂ ਕੀ ਕੱਢਣਾ, ਉਹ ਜਿਹੀ ਸਾਨੂੰ ਸੰਗਤ ਕਰਨੀ ਪਏਗੀ ਬਸ। ਸਾਡੇ ਅੰਦਰ ਸਾਧ ਵੀ ਹੈ, ਸਾਡੇ ਅੰਦਰ ਚੋਰ ਵੀ ਹੈ, ਸਾਡੇ ਅੰਦਰ ਡਾਕੂ ਵੀ ਹੈ, ਸਾਡੇ ਅੰਦਰ ਗਿੱਦੜ ਵੀ ਹੈ, ਸਾਡੇ ਅੰਦਰ ਸ਼ੇਰ ਵੀ ਹੈ, ਉਹ ਸੁਭਾਅ ਨੇ। ਸਾਡੇ ਅੰਦਰ ਕਾਂ ਵੀ ਹੈ, ਸਾਡੇ ਅੰਦਰ ਲੂੰਬੜੀ ਵੀ ਹੈ, ਸਾਡੇ ਅੰਦਰ ਸੱਪ ਵੀ ਹੈ, ਸਭ ਕੁਛ ਹੈ। ਤਾਂ ਹੀ ਅਸੀਂ ਕਿਉਂ ਕਾਂ ਲਾਈ ਹੋਏ, ਕਹਿੰਦੇ ਕਿ ਨਹੀਂ, ਉਹ ਅੰਦਰ ਦੇ ਕਾਂ ਸੀ, ਇਸ ਲਈ ਕਾਂ ਕਰ ਰਿਹਾ ਹੈ। ਕਹਿੰਦੇ ਬੜਾ ਲੂੰਬੜੀਆਂ ਚਲਾਕ ਹੈ, ਬਚ ਕੇ ਰਹੋ। ਕਿਸੇ ਜਨਮ ਲੂੰਬੜੀ ਸੀ ਉਹ, ਇਸ ਲਈ ਚਲਾਕ ਹੈ। ਅਜਾ ਘੁੱਗੂਆ, ਕਦੇ ਕਬੂਤਰ ਸੀ, ਘੁੱਗੂ ਸੀ, ਤੇ ਘੁੱਗੂ ਵਾਲੇ ਕੰਮ ਕਰ ਰਿਹਾ। ਜਾ ਗਧਿਆ, ਉਹ ਕਿਸੇ ਜਨਮ ਗਧਾ ਸੀ, ਉਹ ਗਧੇ ਵਾਲਾ ਸੁਭਾਅ ਪ੍ਰਗਟ ਹੋ ਗਿਆ। ਦੇਖੀ ਬਚ ਕੇ ਰਹੀ, ਇਹ ਘਾਹ ਦਾ ਸੱਪ ਹੈ, ਕਿਸੇ ਵੇਲੇ ਸੱਪ ਸੀ ਉਹ, ਕੋਈ ਭਾਵੇਂ ਕਿਹੜੇ ਡੰਗ ਮਾਰ ਜੇ। ਸਾਡੇ ਅੰਦਰ ਹੀ ਸਭ ਕੁਛ ਹੈ। ਜਿਹੜੀ ਚੀਜ਼ ਅੰਦਰ ਨਹੀਂ ਹੈ, ਉਹ ਬਾਹਰੋਂ ਉਸਦਾ ਅਸਰ ਹੋ ਹੀ ਨਹੀਂ ਸਕਦਾ। ਮੈਂ 500 ਸਾਲਾਂ ਤੋਂ ਵੈਸ਼ਨੂੰ ਚੱਲਿਆ ਆ ਰਿਹਾ, ਮੇਰੇ 'ਤੇ ਅਸਰ ਹੋਇਆ ਹੀ ਨਹੀਂ ਸੀ। ਪੀਣ ਵਾਲਿਆਂ 'ਚ ਮੈਂ ਪੈਦਾ ਹੋਇਆ, ਪਰ ਮੈਂ ਨਹੀਂ ਪੀਤੀ। ਖਾਣ ਵਾਲਿਆਂ 'ਚ ਮੈਂ ਪੈਦਾ ਹੋਇਆ, ਪਰ ਮੈਂ ਮੀਟ ਨਹੀਂ ਖਾਧਾ, ਕਿਉਂਕਿ ਮੇਰੇ ਅੰਦਰ ਹੈ ਹੀ ਨਹੀਂ ਸੀ। ਜਿਹੜੀ ਚੀਜ਼ ਮੇਰੇ ਅੰਦਰ ਹੈ ਹੀ ਨਹੀਂ, ਉਹ ਬਾਹਰੋਂ ਮੇਰੇ 'ਤੇ ਅਸਰ ਨਹੀਂ ਕਰ ਸਕਦੀ। ਕਾਗਜ਼ ਵਿੱਚ ਪਹਿਲਾਂ ਹੀ ਅੱਗ ਹੁੰਦੀ ਹੈ, ਤਾਂ ਉਹਨੂੰ ਬਾਹਰੋਂ ਅੱਗ ਲੱਗਦੀ ਹੈ, ਉਂਝ ਨਹੀਂ ਲੱਗ ਸਕਦੀ। ਲੋਹੇ 'ਚ ਅੱਗ ਨਹੀਂ ਹੁੰਦੀ, ਉਹਨੂੰ ਬਾਹਰੋਂ ਨਹੀਂ ਲੱਗਦੀ, ਜਿੰਨੀ ਮਰਜ਼ੀ ਤੀਲੀਆਂ ਲਾਈ ਉਸ ਨੂੰ। ਲੱਕੜ 'ਚ ਅੱਗ ਹੁੰਦੀ ਹੈ, ਇਸ ਲਈ ਉਹਨੂੰ ਬਾਹਰੋਂ ਲੱਗਦੀ ਹੈ। ਬਾਹਰੋਂ ਅਸੀਂ ਉਹੀ ਕੁਛ ਰਿਸੀਵ ਕਰਦੇ ਹਾਂ ਜੋ ਸਾਡੇ ਅੰਦਰ ਹੁੰਦਾ ਹੈ। ਇਸ ਲਈ ਸੰਗਤ ਦੀ ਮਹਾਨਤ ਹੈ। ਬਈ ਜੇ ਤਾਂ ਮਿਲ ਗਈ ਸਤ ਸੰਗਤ, ਤਾਂ ਅੰਦਰ ਜਿਹੜਾ ਪੁੰਨ ਕਰਮ ਸਨ ਉਹ ਪ੍ਰਗਟ ਹੋ ਜਾਣਗੇ। ਜੇ ਮਿਲ ਗਈ ਕੁਸੰਗਤ, ਫਿਰ ਜਿਹੜੇ ਪਾਪ ਕਰਮ ਨੇ ਉਹ ਪ੍ਰਗਟ ਹੋ ਜਾਣਗੇ। ਸਾਡੇ ਅੰਦਰ ਹੀ ਹੁੰਦਾ ਹੈ, ਸਿਰ ਬਾਹਰੋਂ ਉਹੋ ਜਿਹਾ ਸਾਨੂੰ ਵਾਤਾਵਰਨ ਮਿਲਣ ਦੀ ਲੋੜ ਹੁੰਦੀ ਹੈ। ਮੁੱਲ ਇੱਕ ਬੱਚਾ ਵਾਲੀਬਾਲ ਦਾ ਪਲੇਅਰ ਹੈ। ਹੁਣ ਸਕੂਲ 'ਚ ਹਾਕੀ ਦਾ ਵੀ ਗਰਾਊਂਡ ਹੈ, ਫੁੱਟਬਾਲ ਦਾ ਵੀ ਗਰਾਊਂਡ ਹੈ, ਕਈ ਪ੍ਰਕਾਰ ਦੇ ਗਰਾਊਂਡ ਹੁੰਦੇ ਨੇ। ਪਰ ਜਿਹੜਾ ਵਾਲੀਬਾਲ ਖੇਡਦਾ ਰਿਹਾ ਪਿਛਲੇ ਜਨਮ 'ਚ, ਹੁਣ ਵੀ ਵਾਲੀਬਾਲ ਹੀ ਖੇਡੇਗਾ। ਉਹਨੂੰ ਉਹੀ ਖੇਡ ਪਸੰਦ ਹੁੰਦੀ ਹੈ, ਕਿਉਂਕਿ ਉਹਦੇ ਅੰਦਰ ਹੈ। ਅਤੇ ਜਿਹੜਾ ਪਿਛਲੇ ਜਨਮ 'ਚ ਕੋਈ ਪਲੇਅਰ ਹੀ ਨਹੀਂ ਰਿਹਾ, ਉਹ ਕੋਈ ਵੀ ਨਹੀਂ ਖੇਡਦਾ, ਉਹ ਪਲੇਅਰ ਹੀ ਨਹੀਂ ਬਣਦਾ, ਨਹੀਂ ਬਣੇਗਾ ਪਲੇਅਰ, ਉਹਦੇ ਅੰਦਰ ਹੈ ਹੀ ਨਹੀਂ ਸੀ। ਇਹ ਖਿਆਲ ਰੱਖਣਾ ਇਸ ਗੱਲ ਦਾ। ਸਾਡੇ ਅੰਦਰ ਬਹੁਤ ਕੁਛ ਹੈ, ਉਸ ਨੂੰ ਅਸੀਂ ਬਾਹਰ ਪ੍ਰਗਟ ਕਰਨਾ ਹੈ। ਸਾਨੂੰ ਉਹੋ ਜਿਹੀ ਸੰਗਤ ਦੇਣੀ ਪਏਗੀ ਬਸ। ਅਤੇ ਸੰਗਤਾਂ ਦੋ ਹੀ ਹੁੰਦੀਆਂ, ਇੱਕ ਸਤ ਸੰਗਤ, ਇੱਕ ਕੁਸੰਗਤ ਹੁੰਦੀ ਹੈ। ਸਤ ਸੰਗਤ ਮਿਲੀ ਗਈ ਅਤੇ ਜਿਹੜੇ ਪਾਪ ਕਰਮ ਨੇ ਉਹ ਘਟਦੇ ਜਾਣਗੇ ਅਤੇ ਪੁੰਨ ਵੱਧਦੇ ਜਾਣਗੇ। ਜੇ ਕੁਸੰਗਤ ਮਿਲ ਗਈ, ਫਿਰ ਪਾਪ ਵੱਧਦੇ ਜਾਣਗੇ ਅਤੇ ਪੁੰਨ ਘਟਦੇ ਜਾਣਗੇ। ਗੱਲ ਤਾਂ ਬਾਹਰਲੀ ਸੰਗਤ ਹੈ। ਇਸ ਲਈ ਜਿਹਦੇ ਅੰਦਰ ਪਹਿਲਾਂ ਹੀ ਸ਼ਰਾਬ ਹੈ, ਉਹਨੂੰ ਬਾਹਰੋਂ 2-4 ਸ਼ਰਾਬੀ ਟੱਕਰ ਗਏ, 2-4 ਵਾਰੀ ਉਹਨਾਂ ਨੇ ਕਿਹਾ ਉਹ ਪੀ ਲੈ ਯਾਰ, ਤੇਰੇ ਮੁੰਡੇ ਦਾ ਵਿਆਹ ਹੈ, ਮੁੜ ਮੁੜ ਕੇ ਜੀ ਖੁਸ਼ੀ ਥੋੜ੍ਹੀ ਮਿਲਣੀ ਹੈ, ਪੀ ਲਾ
ਨਹੀਂ ਯਾਰ ਮੈਂ ਉਹ ਪੀ ਲੈ ਘੁੱਟ। ਉਹ 2-4 ਵਾਰੀ ਕਿਹਾ, ਉਹਨੇ ਘੁੱਟ ਲਾ ਲਿਆ। ਆਖੂ ਮੈਂ ਪੀਣੀ ਤਾਂ ਨਹੀਂ ਸੀ, ਉਹ ਜ਼ਿਆਦਾ ਹੀ ਮੈਨੂੰ ਕਹਿਣ ਲੱਗ ਪਏ। ਉਹ ਜ਼ਿਆਦਾ ਕਹਿਣ ਲੱਗ ਪਏ। ਉਹਨੇ ਕਿਹਾ ਤੂੰ ਪੀ ਲਈ, ਕਿਉਂਕਿ ਤੇਰੇ ਅੰਦਰ ਪਹਿਲਾਂ ਹੀ ਸੀ। ਜੇ ਪਹਿਲਾਂ ਬਹੁਤ ਜ਼ਿਆਦਾ ਅੰਦਰ ਹੋਵੇ ਭਾਈ, ਇੱਕ ਵਾਰੀ ਕਹਿਣ ਦੀ ਲੋੜ ਹੈ। ਜਿਹਦੇ ਅੰਦਰ ਪਹਿਲਾਂ ਹੀ ਹੈ ਨਾ ਬਹੁਤ ਸ਼ਰਾਬ, ਉਹ ਤਾਂ ਸ਼ਰਾਬੀਆਂ ਵੇਖ ਕੇ ਉਹਨਾਂ ਕੋਲ ਚਲੇ ਜਾ ਕੇ ਬੈਠੇਗਾ ਵੀ ਮੈਨੂੰ ਸੁਲ੍ਹਾ ਮਾਰਨ ਸਹੀ, ਲਾਈਏ ਘੁੱਟ। ਉਹ ਆਪ ਜਾ ਕੇ ਬੈਠੂ ਉਹਨਾਂ ਕੋਲ। ਜੇ ਤੁਹਾਡੇ ਅੰਦਰ ਸ਼ਰਾਬ ਨਹੀਂ, ਤੁਸੀਂ ਚਾਹੇ 20 ਸ਼ਰਾਬੀਆਂ 'ਚ ਬੈਠੇ ਰਹੋ, ਚਾਹੇ ਸਾਰੀ ਉਮਰ ਬੈਠੇ ਰਹੋ, ਨਹੀਂ ਤੁਸੀਂ ਪੀਓਗੇ। ਇਸ ਲਈ ਕਿ ਗੁਰੂ ਮਹਾਰਾਜ ਕਹਿੰਦੇ ਕਾਏ ਅੰਦਰ ਪਾਪ ਪੁੰਨ ਦੋਏ ਭਾਈ। ਸਾਡੇ ਅੰਦਰ ਪਾਪ ਵੀ ਹੈ, ਸਾਡੇ ਅੰਦਰ ਪੁੰਨ ਵੀ ਹੈ। ਦੋਹੀਂ ਮਿਲ ਕੇ ਨੇ, ਪਾਪ ਅਤੇ ਪੁੰਨ ਮਿਲ ਕੇ ਸ੍ਰਿਸ਼ਟ ਪਾਈ। ਇਹ ਸ੍ਰਿਸ਼ਟੀ ਸਾਜੀ ਹੈ। ਕੋਈ ਪਾਪ ਭੋਗਣ ਆਇਆ ਹੈ ਅਤੇ ਕੋਈ ਪੁੰਨ ਦਾ ਫਲ ਭੋਗਣ ਆਇਆ ਹੈ। ਇਸ ਲਈ ਆਏ ਅਸੀਂ, ਕਿਉਂਕਿ ਅਸੀਂ ਆਪਣੇ ਕਰਮਾਂ ਦਾ ਫਲ ਭੋਗਣਾ, ਇਸ ਲਈ ਸਾਨੂੰ ਜਨਮ ਲੈਣਾ ਪੈ ਗਿਆ। ਜਨਮ ਲੈਣਾ ਹੀ ਤਾਂ ਪੈਂਦਾ ਜਦੋਂ ਕੋਈ ਪਾਪ ਜਾਂ ਪੁੰਨ ਸਾਡਾ ਰਹਿ ਜਾਂਦਾ ਜ਼ਿੰਦਗੀ 'ਚ, ਉਹਨੂੰ ਭੋਗਣ ਲਈ ਫਿਰ ਜਨਮ ਲੈਣਾ ਪੈਂਦਾ। ਜਿਵੇਂ ਸੰਤ ਅਤਰ ਸਿੰਘ ਜੀ ਦੀ ਮਾਤਾ ਭੋਲੇ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ। ਕਈ ਵਾਰੀ ਬਿਮਾਰੀ ਤੋਂ ਬੰਦਾ ਤੰਗ ਆ ਜਾਂਦਾ ਹੈ। ਪੁੱਤਰ ਮਿਲਣ ਆਇਆ ਹੈ, ਸੰਤ ਅਤਰ ਸਿੰਘ ਮਿਲਣ ਆਏ ਨੇ। ਮਾਤਾ ਕਹਿੰਦੀ ਵੀ ਪੁੱਤ ਮੈਂ ਬਹੁਤ ਤੰਗ ਹਾਂ, ਮੇਰੇ ਲਈ ਅਰਦਾਸ ਹੀ ਕਰਦੇ। ਕਹਿੰਦੇ ਦੇਖੋ ਮਾਤਾ ਜੀ, ਮੈਂ ਅਰਦਾਸ ਕਰ ਦਿਆਂਗਾ, ਤੁਸੀਂ ਠੀਕ ਵੀ ਹੋ ਜਾਓਗੇ, ਪਰ ਤੁਹਾਡਾ ਕਰਮ ਖੜਾ ਰਹਿ ਜਾਏਗਾ, ਤੁਹਾਨੂੰ ਅਗਲੇ ਜਨਮ 'ਚ ਫਿਰ ਬਿਮਾਰ ਹੋਣਾ ਪਵੇਗਾ। ਕਰਮ ਤੇ ਨਾ ਕੱਟਿਆ, ਕਰਮ ਤਾਂ ਭੋਗ ਹੀ ਕੱਟਦਾ। ਇਸ ਲਈ 6 ਮਹੀਨੇ ਤੁਹਾਡੇ ਰਹਿ ਗਏ ਨੇ। ਜੀਵ ਨੂੰ ਦੰਦਾਂ ਹੇਠ ਦੇ ਕੇ ਨਾ ਔਖੇ ਸੌਖੇ ਇਹ ਕਰਮ ਕੱਟ ਲਓ, ਤਾਂ ਜੋ ਤੁਹਾਨੂੰ ਦੁਬਾਰਾ ਜਨਮ ਹੀ ਨਾ ਲੈਣਾ ਪਵੇ। ਕਹਿੰਦੇ ਉਹ ਤਾਂ ਕਹਿੰਦੇ ਮੈਂ ਕਰ ਦਿੰਦਾ ਅਰਦਾਸ, ਪਰ ਤੁਹਾਡਾ ਕਰਮ ਖੜਾ ਰਹਿ ਜਾਏਗਾ, ਉਹ ਫਿਰ ਭੋਗਣ ਲਈ ਫਿਰ ਜਨਮ ਲੈਣਾ ਪਏਗਾ। ਐਂ ਹੀ ਅਸੀਂ ਪਾਪ ਪੁੰਨ ਕਰਦੇ ਰਹਿੰਦੇ ਹਾਂ, ਉਹਨਾਂ ਨੂੰ ਭੋਗਦੇ ਰਹਿੰਦੇ ਹਾਂ, ਫਿਰ ਹੋਰ ਕਰਦੇ ਰਹਿੰਦੇ ਹਾਂ, ਫਿਰ ਜਨਮ ਲੈਂਦੇ ਹਾਂ, ਫਿਰ ਭੋਗਦੇ ਹਾਂ, ਫਿਰ ਹੋਰ ਕਰਦੇ ਰਹਿੰਦੇ ਹਾਂ, ਫਿਰ ਇਸ ਤਰ੍ਹਾਂ ਸਿਲਸਿਲਾ ਸਾਡਾ ਮੁੱਕਦਾ ਹੀ ਨਹੀਂ। ਅਸੀਂ ਜੰਮਦੇ ਮਰਦੇ ਰਹਿੰਦੇ, ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲਾਂ ਸਾਨੂੰ ਹੋ ਗਏ ਜੰਮਦੇ ਮਰਦੇ। ਇਸ ਲਈ ਇਹ ਦੋਨਾਂ ਨੇ, ਪਾਪ ਅਤੇ ਪੁੰਨ ਨੇ ਮਿਲ ਕੇ ਸੰਸਾਰ ਪੈਦਾ ਕੀਤਾ। ਦੋਵੇਂ ਮਾਰ ਜਾਏ ਇਕਤ ਘਰ ਆਵੇ, ਦੋਵੇਂ ਮਾਰ ਜਾਏ ਇਕਤ ਘਰ ਆਵੇ, ਗੁਰਮਤਿ ਸਹਿਜ ਸਮਾਵਣੀ। ਜਿਹੜਾ ਗੁਰੂ ਦੀ ਮੱਤ 'ਤੇ ਚੱਲ ਕੇ ਇਹਨਾਂ ਦੋਨਾਂ ਨੂੰ ਮਾਰ ਲੈਂਦਾ, ਪੁੰਨ ਨੂੰ ਵੀ ਅਤੇ ਪਾਪ ਨੂੰ ਵੀ। ਕਿਉਂ? ਜੇ ਨਿਰੇ ਪਾਪ ਮਾਰੇ ਅਤੇ ਪੁੰਨ ਰਹਿ ਗਏ, ਫਿਰ ਪੁੰਨਾਂ ਦਾ ਫਲ ਲੈਣ ਲਈ ਫਿਰ ਸਾਨੂੰ ਜਨਮ ਲੈਣਾ ਪਏਗਾ। ਇਹ ਪੁੰਨ ਪਾਪ ਦੋਨੋਂ ਮਾਰਨੇ ਪੈਣਗੇ। ਉਹ ਮਰਨਗੇ ਕਿਵੇਂ? ਗੁਰੂ ਦੀ ਮੱਤ 'ਤੇ ਚੱਲ ਕੇ। ਗੁਰੂ ਦੀ ਮੱਤ 'ਤੇ ਚੱਲ ਕੇ ਦੋਨਾਂ ਨੂੰ, ਪਾਪ ਅਤੇ ਪੁੰਨ ਨੂੰ ਜਿਹੜਾ ਮਾਰ ਲੈਂਦਾ, ਇਕਤ ਘਰ ਆਵੇ ਅਤੇ ਆਪਣੇ ਅਸਲੀ ਨਿੱਜ ਘਰ 'ਚ ਆ ਜਾਂਦਾ ਹੈ, ਸਹਿਜ ਸਮਾਵਣੇ। ਉਹ ਪਰਮਾਤਮਾ 'ਚ ਲੀਨ ਹੋ ਜਾਂਦਾ ਹੈ, ਉਹਨੂੰ ਫਿਰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਇਸ ਲਈ ਘਰ ਹੀ ਮਾਹੇ ਦੂਜੇ ਭਾਏ ਹਨੇਰਾ। ਹਨੇਰਾ ਨੰਨੇ ਦੇ ਪੈਰ 'ਚ ਹਾਹਾ ਲਾ ਕੇ ਬੋਲਣਾ। ਚਾਨਣ ਹੋਵੇ ਛੋੜੈ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖ ਦਾਤਾ, ਅੰਤਿਰ ਨਾਮ ਧਿਆਵਣਿਆ। ਗੁਰੂ ਘਰ ਹੀ ਮਾਹੇ ਦੂਜੇ ਭਾਏ ਹਨੇਰਾ। ਪਰਮਾਤਮਾ ਤੇ ਇਸ ਸਰੀਰ ਦੇ ਵਿੱਚ ਹੀ ਹੈ। ਦੂਜੇ ਭਾਏ ਮਾਇਆ ਨੂੰ ਪਿਆਰ ਕਰਨ ਕਰਕੇ ਅੰਦਰ ਹਨੇਰਾ। ਰੱਬ ਦਾ ਨਾਮ ਨਹੀਂ ਜਪਿਆ, ਰੱਬ ਨੂੰ ਪਿਆਰ ਨਹੀਂ ਕੀਤਾ, ਮਾਇਆ ਨੂੰ ਪਿਆਰ ਕਰਨ ਕੇ ਅੰਦਰ ਹਨੇਰਾ ਹੈ। ਚਾਨਣ ਹੋਵੇ ਛੋੜੈ ਹਉਮੈ ਮੇਰਾ। ਅੰਦਰ ਚਾਨਣ ਤਾਂ ਹੋਊਗਾ ਜੇ ਹਉਮੈ ਨੂੰ ਛੱਡੇ ਅਤੇ ਮੋਹ ਨੂੰ ਛੱਡੇ। ਮੇਰਾ ਮੋਹ, ਹਉਮੈ ਛੱਡੇ ਅਤੇ ਮੋਹ ਛੱਡੇ ਤਾਂ ਚਾਨਣ ਹੋਏਗਾ। ਚਾਨਣ ਹੋਏਗਾ ਤਾਂ ਹੀ ਪਰਮਾਤਮਾ ਦੇ ਦਰਸ਼ਨ ਹੋਣਗੇ ਨਾ।
ਹੁਣ ਕਿਵੇਂ ਉਹ ਚਾਨਣ ਹੋਵੇ? ਪ੍ਰਗਟ ਸ਼ਬਦ ਹੈ ਸੁਖ ਦਾਤਾ। ਪਰਮਾਤਮਾ ਜੋ ਸੁੱਖਾਂ ਦਾ ਦਾਤਾ ਹੈ ਉਹ ਸ਼ਬਦ ਨਾਲ ਹੀ ਪ੍ਰਗਟ ਹੁੰਦਾ। ਉਹ ਨਾਮ ਜਪ ਜਪ ਕੇ ਪ੍ਰਗਟ ਹੁੰਦਾ ਹੈ। ਤੇ ਕਰਨਾ ਕੀ ਪੈਣਾ? ਅਣ ਦੇਣ ਨਾਮ ਤੇ ਆਪਣੇ ਦਿਨ ਰਾਤ ਨਾਮ ਜਪਣਾ ਪੈਣਾ, ਫਿਰ ਪਰਮਾਤਮਾ ਪ੍ਰਗਟ ਹੋਏਗਾ। ਫਿਰ ਇਸੇ ਸਰੀਰ ਦੇ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਫਿਰ ਹਉਮੈ ਤੇ ਮੋਹ ਖਤਮ ਹੋ ਜਾਣਗੇ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ। ਅੰਤਰ ਜੋਤ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ। ਪ੍ਰਗਟ ਪਾਸਾਰਾ, ਉਸ ਜੋਤ ਕਾਰਨ ਸਾਰਾ ਪਸਾਰਾ ਸਾਨੂੰ ਦਿਸ ਰਿਹਾ ਹੈ। ਜੇ ਪਰਮਾਤਮਾ ਆਪਣੀ ਜੋਤ ਅੰਦਰੋਂ ਖਿੱਚ ਲੈਣ, ਇਹ ਸਰੀਰ ਡੈਡ ਬੋਡੀ ਹੋ ਜਾਂਦਾ ਹੈ। ਫਿਰ ਕੁਛ ਵੀ ਨਹੀਂ ਦਿਸਦਾ। ਅੱਖਾਂ ਹੈਗੀਆਂ ਨੇ, ਜਦ ਬੰਦਾ ਮਰਦਾ ਅੱਖਾਂ ਵੀ ਹੁੰਦੀਆਂ ਨੇ, ਕੰਮ ਨਹੀਂ ਕਰਦੀਆਂ। ਕੰਨ ਹੁੰਦੇ ਨੇ, ਉਹ ਕੰਮ ਨਹੀਂ ਕਰਦੇ। ਹੱਥ ਪੈਰ ਵੀ ਰਹਿੰਦੇ ਨੇ, ਕੰਮ ਨਹੀਂ ਕਰਦੇ। ਕਿਉਂ? ਜੇ ਪਰਮਾਤਮਾ ਦੀ ਜੋਤ ਨਾਲ ਹੀ ਇਹ ਸਾਰੇ ਹਿਲ ਹੁਲ ਕੰਮ ਕਰੇ ਸਨ। ਪਰਮਾਤਮਾ ਨੇ ਆਪਣੀ ਜੋਤ ਵਿੱਚੋਂ ਖਿੱਚ ਲਈ, ਬਸ ਸਭ ਕੁਛ ਡੈਡ ਹੋ ਗਿਆ। ਸੋ ਅੰਤਰ ਜੋਤ ਹੈ ਪਰਮਾਤਮਾ ਦੀ, ਸਾਡੇ ਅੰਦਰ ਜੋਤ ਹੈ। ਪ੍ਰਗਟ ਪਾਸਾਰਾ, ਇਸ ਲਈ ਸਾਰਾ ਪਾਸਾਰਾ ਦਿਸ ਰਿਹਾ ਹੈ, ਸੰਸਾਰ ਦਿਸ ਰਿਹਾ। ਗੁਰ ਸਾਖੀ ਮਿਟਿਆ ਅੰਧਿਆਰਾ। ਗੁਰ ਸਾਖੀ, ਗੁਰੂ ਦੀ ਸਿੱਖਿਆ। ਗੁਰੂ ਦੀ ਸਿੱਖਿਆ ਦੇ ਚੱਲ ਕੇ ਅੰਦਰ ਸਾਰਾ ਹਨੇਰਾ ਖਤਮ ਹੋ ਗਿਆ ਹੈ। ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਹੈ। ਅੰਦਰ ਗਿਆਨ ਹੋ ਗਿਆ। ਗਿਆਨ ਚਾਨਣ ਨੂੰ ਕਹਿੰਦੇ ਨੇ, ਅਗਿਆਨਤਾ ਹਨੇਰੇ ਨੂੰ ਕਹਿੰਦੇ ਨੇ। ਗੁਰੂ ਦੀ ਸਿੱਖਿਆ ਚੱਲ ਕੇ ਅੰਦਰ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਫਿਰ ਕੀ ਹੋਇਆ? ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣੇ। ਕਮਲ ਮਨ ਨੂੰ ਕਹਿੰਦੇ ਨੇ। ਵਿਗਾਸ ਹੁੰਦਾ ਖਿੜਨਾ। ਫਿਰ ਜਦੋਂ ਅੰਦਰੋਂ ਹਨੇਰਾ ਖਤਮ ਹੋ ਗਿਆ, ਮਨ ਰੂਪੀ ਕਮਲ ਖਿੜ ਗਿਆ ਹੈ, ਸਦਾ ਸੁਖ ਪਾਇਆ। ਫਿਰ ਸਦੀਵੀ ਸੁਖ ਦੀ ਪ੍ਰਾਪਤੀ ਹੋ ਗਈ। ਜੋਤੀ ਜੋਤ ਮਿਲਾ ਬਣੇ, ਅਤੇ ਮਨੁੱਖ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਫਿਰ ਮਿਲ ਜਾਂਦੀ ਹੈ। ਜਦੋਂ ਜੋਤ ਜੋਤ 'ਚ ਮਿਲ ਜਾਏ ਨਾ, ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਫਿਰ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਂਦਾ। ਉਂਝ ਜੋਤ ਦਾ ਜੋਤ 'ਚ ਮਿਲ ਕੇ ਵੀ ਫਿਰ ਵੀ ਮਨੁੱਖ ਦੀ ਜਿਹੜੀ ਜੋਤ ਹੈ ਉਹ ਕਾਇਮ ਰਹਿੰਦੀ ਹੈ। ਕਿਉਂਕਿ ਜੇ ਜੋਤ ਹੀ ਖਤਮ ਹੋ ਗਈ ਤਾਂ ਫਿਰ ਪਰਮਾਤਮਾ ਕਿਸੇ ਵੀ ਬ੍ਰਹਮ ਗਿਆਨੀ ਨੂੰ ਸੰਸਾਰ 'ਤੇ ਨਹੀਂ ਭੇਜ ਸਕਦਾ। ਦਸੇ ਗੁਰੂ ਨੇ, ਉਹਨਾਂ ਦੀ ਜੋਤ ਪਰਮਾਤਮਾ ਜੋਤ 'ਚ ਮਿਲ ਗਈ, ਪਰ ਪਰਮਾਤਮਾ ਉਹਨਾਂ ਨੂੰ ਕਿਸੇ ਵੀ ਸੰਤ ਬਣਾ ਕੇ, ਗੁਰੂ ਬਣਾ ਕੇ ਫਿਰ ਦੁਬਾਰਾ ਸੰਸਾਰ 'ਤੇ ਭੇਜਦਾ ਰਹਿੰਦਾ ਹੈ। ਇਹ ਨਹੀਂ ਸੋਚਣਾ ਕਿ ਕ੍ਰਿਸ਼ਨ ਮਹਾਰਾਜ ਦੁਬਾਰਾ ਨਹੀਂ ਸੰਸਾਰ 'ਚ ਆਏ ਜਾਂ ਰਾਮਚੰਦਰ ਜੀ ਨਹੀਂ ਆਉਣਗੇ। ਜਿਨ੍ਹਾਂ ਦੀ ਜੋਤ ਪਰਮਾਤਮਾ 'ਚ ਮਿਲ ਗਈ, ਜੇ ਸਾਰੇ ਉੱਥੇ ਹੀ ਰਹਿ ਗਏ, ਫਿਰ ਸੰਸਾਰ ਤਾਂ ਬ੍ਰਹਮ ਗਿਆਨੀ ਤੋਂ ਖਾਲੀ ਹੋ ਜਾਏਗਾ। ਫਿਰ ਤਾਂ ਖਾਲੀ ਹੋ ਜਾਏਗਾ। ਨਹੀਂ, ਪਰਮਾਤਮਾ ਸਮੇਂ ਸਮੇਂ 'ਤੇ ਉਹਨਾਂ ਜੋਤਾਂ ਨੂੰ ਸਰੀਰ ਦੇ ਕੇ ਫਿਰ ਸੰਸਾਰ 'ਤੇ ਭੇਜਦਾ ਹੈ। ਉਹਨਾਂ ਦੇ ਉੱਥੋਂ ਡਿਊਟੀ ਲਾ ਕੇ ਭੇਜਦਾ। ਤੈਂ ਫਲਾਣੇ ਘਰ ਜਾ ਕੇ ਜਨਮ ਲੈਣਾ, ਫਲਾਣੇ ਦੇਸ਼ 'ਚ ਫਲਾਣੀ ਸਟੇਟ 'ਚ ਲੈ ਕੇ ਆਉਣਾ, ਤੂੰ ਆਹ ਕੰਮ ਉੱਥੇ ਕਰਨਾ, ਅਤੇ ਫਿਰ ਇੱਥੇ ਬਿਲਕੁਲ ਵਾਪਸ ਆ ਜਾਣਾ। ਇਸ ਲਈ ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਹੁੰਦੇ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਹੁਣ ਤਾਂ ਪਰਮਾਤਮਾ ਪਰਉਪਕਾਰ ਲਈ ਭੇਜਦਾ ਉਹਨਾਂ ਰੂਹਾਂ ਨੂੰ। ਉਹ ਜੰਮਣ ਮਰਨ ਦੇ ਚੱਕਰ 'ਚ ਨਹੀਂ ਪੈਂਦੇ। ਉਹ ਜਿਹੜੀ ਡਿਊਟੀ ਉਹਨਾਂ ਦੀ ਲੱਗੀ ਹੈ ਉਹ ਪੂਰੀ ਕਰਕੇ ਵਾਪਸ ਪਰਮਾਤਮਾ ਕੋਲ ਹੀ ਚਲੇ ਜਾਂਦੇ ਹਨ। ਜਿਵੇਂ ਜਦੋਂ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੁਬਾਰਾ ਸਾਰਾ ਉਚਾਰਨ ਕੀਤਾ, ਭਾਈ ਮਨੀ ਸਿੰਘ ਹੋਰਾਂ ਨੇ ਲਿਖਿਆ, ਦਮਦਮਾ ਸਾਹਿਬ 48 ਬੰਦੇ ਸਨ। ਗੁਰੂ ਮਹਾਰਾਜ ਦੁਪਹਿਰ ਤੱਕ ਬਾਣੀ ਲਿਖਾਉਂਦੇ ਰਹਿੰਦੇ ਸਨ, ਬਾਅਦ 'ਚ ਫਿਰ ਕਥਾ ਕਰਦੇ ਸਨ। ਬਹੁਤ ਸਾਰੇ ਸਿੱਖ ਫਿਰ ਇਹ ਗੁਰੂ ਗ੍ਰੰਥ ਦੀ ਕਥਾ ਸੁਣਨਾ ਕਰਦੇ ਸਨ।
ਕੋਈ ਕਿਸੇ ਦੇ ਨਹੀਂ ਵਿਸ ਵਿੱਚ ਆਉਂਦਾ। 48 ਬੰਦੇ ਐਸੇ ਸਨ ਜਿਨ੍ਹਾਂ ਨੇ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਕਥਾ ਸੁਣੀ। ਉਹ ਤੇ ਬ੍ਰਹਮ ਗਿਆਨੀ ਹੋ ਗਏ। ਉਹਨੇ ਤਾਂ ਸਰੀਰ ਤਿਆਗਤਾ, ਉਹ ਤਾਂ ਜਾ ਰਿਹਾ ਸੱਚਖੰਡ ਨੂੰ। ਗੁਰੂ ਮਹਾਰਾਜ ਦੇਖਿਆ ਵੀ ਮੈਨੂੰ ਤਾਂ ਇਹਨਾਂ ਦੀ ਲੋੜ ਹੈ ਤੇ ਸੱਚਖੰਡ ਜਾ ਰਹੇ ਨੇ। ਭਾਈ ਮਨੀ ਸਿੰਘ ਵੀ ਜਾ ਰਹੇ ਨੇ, ਬਾਬਾ ਦੀਪ ਸਿੰਘ ਵੀ ਜਾ ਰਹੇ ਨੇ। ਉਹਨੇ ਆਵਾਜ਼ ਮਾਰੀ, ਦੀਪ ਸਿੰਘ ਜੀ, ਮਨੀ ਸਿੰਘ ਜੀ, ਵਾਪਸ ਆਓ। ਚਲੋ ਰੂਹਾਂ ਵਾਪਸ ਆ ਗਈਆਂ। ਕਹਿੰਦੇ ਮਹਾਰਾਜ ਜਿਸ ਤੇ ਸੱਚਖੰਡ ਨੂੰ ਜਾ ਰਹੇ ਸੀ ਸੱਦ ਲਿਆ ਸਾਨੂੰ। ਕਹਿੰਦੇ ਨਹੀਂ ਭਾਈ, ਤੁਹਾਡਾ ਤੁਸੀਂ ਕੰਮ ਲੈਣਾ, ਜਾਓਗੇ ਤੁਸੀਂ ਸੱਚਖੰਡ ਨੂੰ ਹੀ, ਪਰ ਅਜੇ ਅਸੀਂ ਤੁਹਾਡੇ ਤੋਂ ਕੰਮ ਲੈਣਾ ਹੈ। ਅਤੇ ਫਿਰ ਦੇਖੋ ਭਾਈ ਮਨੀ ਸਾਹਿਬ ਬੰਦ ਕਟਾਉਣ ਦਾ ਕੰਮ ਲਿਆ, ਅਤੇ ਬਾਬਾ ਦੀਪ ਸਿੰਘ ਦੇਖਿਆ ਹਰਿਮੰਦਰ ਸਾਹਿਬ ਖਾਲੀ ਕਰਾਉਣ ਦਾ ਕੰਮ ਲਿਆ। ਹੁਣ ਕੰਮ ਲਿਆ ਉਹਨਾਂ ਦਾ, ਕਹੇ ਜਾਓਗੇ ਸੱਚਖੰਡ ਜੀ, ਪਰ ਅਜੇ ਤੁਹਾਡੇ ਤਾਂ ਕੰਮ ਹੈ ਸਾਨੂੰ। ਸੋ ਇਸ ਲਈ ਗੁਰੂ ਦੇ ਮੁਖਾਰ ਬਿਨ ਤੋਂ ਜਿਹਨਾਂ ਕਥਾ ਸੁਣੀ, ਕਿੱਡੇ ਵੱਡੇ ਭਾਗਾਂ ਵਾਲੇ। ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਸੁਣੀ ਹੈ। ਅਸੀਂ ਤਾਂ ਕਥਾ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਕਿ ਸਾਡਾ ਜੀਵਨ ਉਸ ਕਥਾ ਅਨੁਸਾਰ ਹੋਵੇ। ਕਿਤੇ ਜੀਵਨ ਵੀ ਕਥਾ ਅਨੁਸਾਰ ਹੋਵੇ ਤਾਂ ਜਿਹੜਾ ਸੁਣਦਾ ਜਾਂਦਾ ਕਥਾ ਉਹਦਾ ਪਾਰ ਉਤਾਰਾ ਹੁੰਦਾ ਜਾਂਦਾ। ਪਰ ਕੋਈ ਵਿਰਲਾ ਟਾਵਾਂ ਗੁਰਮੁਖ ਪਿਆਰਾ ਹੁੰਦਾ ਜਿਹਦਾ ਜੀਵਨ ਬਿਲਕੁਲ ਜੋ ਕਹਿ ਰਿਹਾ ਬਾਣੀ 'ਚ ਲਿਖੇ ਉਹਦੇ ਅਨੁਸਾਰ ਹੋਵੇ। ਫਿਰ ਉਹ ਦੂਜੇ 'ਤੇ ਬਹੁਤ ਅਸਰ ਪੈਂਦਾ ਉਸ ਗੱਲ ਦਾ। ਸੋ ਗੁਰੂ ਮਹਾਰਾਜ ਕਹਿੰਦੇ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ। ਅੰਦਰ ਮਹਿਲ ਸਰੀਰ ਨੂੰ ਕਹਿੰਦੇ ਨੇ। ਇਹ ਕਹਿੰਦਾ ਮਹਿਲਾ ਤੀਜਾ, ਗੁਰੂ ਨਾਨਕ ਦੇਵ ਜੀ ਦਾ ਤੀਜਾ ਸਰੂਪ। ਅੰਦਰ ਮਹਿਲ ਰਤਨੀ ਭਰੇ ਭੰਡਾਰਾ। ਇਸ ਸਰੀਰ ਦੇ ਵਿੱਚ ਨਾ ਰਤਨਾਂ ਦੇ ਭੰਡਾਰੇ ਭਰੇ ਪਏ ਹਨ। ਆਹ ਹੀਰੇ ਜਵਾਹਰਤ ਉਸ ਤਰ੍ਹਾਂ ਨਹੀਂ ਸਮਝ ਲੈਣੇ। ਅੰਦਰ ਪਰਮਾਤਮਾ ਦਾ ਨਾਮ ਹੈ, ਅਤੇ ਪਰਮਾਤਮਾ ਦੇ ਨਾਮ ਵਿੱਚ ਸਾਰੇ ਭੰਡਾਰੇ ਨੇ। ਤੁਹਾਨੂੰ ਜੋ ਕੁਛ ਚਾਹੀਦਾ ਹੈ ਤੁਸੀਂ ਪਰਮਾਤਮਾ ਦਾ ਨਾਮ ਜਪੀ ਜਾਓ। ਤੁਹਾਡੇ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜੋ ਪਰਮਾਤਮਾ ਨੂੰ ਹਿਰਦੇ 'ਚ ਸਦਾ ਵਸਾ ਕੇ ਰੱਖਦਾ, ਇਹ ਧਨ ਦੌਲਤ ਅਤੇ ਆਤਮਿਕ ਸ਼ਕਤੀਆਂ ਉਹਦੇ ਮਗਰ ਫਿਰੀ ਜਾਂਦੀਆਂ। ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਉਹਨੂੰ ਕਮੀ ਨਹੀਂ ਰਹਿੰਦੀ। ਉਹਦਾ ਕੋਈ ਕਾਰਜ ਅੜਦਾ ਹੀ ਨਹੀਂ ਹੈ। ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਰਤ। ਅਸੀਂ ਭਜਨ ਬੰਦਗੀ ਕਰਦੇ ਹੀ ਨਹੀਂ, ਧੱਕੇ ਧੋੜੇ ਜਿਹੇ ਖਾਈ ਜਾਂਦੇ। ਹੁਣ ਤੇ ਗੁਰੂ ਮਹਾਰਾਜ ਕੀ ਕਰਨ ਹੋਏ, ਕੁਝ ਗੁਰੂ ਕੀ ਕਰੇਗਾ। ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਕਿ ਜੋ ਸਿੱਖਾਂ 'ਚ ਨੁਕਸ ਹੈ ਤਾਂ ਉੱਥੇ ਗੁਰੂ ਕੀ ਕਰ ਸਕਦਾ। ਮੰਨ ਲਓ ਮੈਂ ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਅਤੇ ਫਿਰ ਗੁਰੂ ਮਹਾਰਾਜ ਕੀ ਕਰਨ। ਫਿਰ ਕੀ ਕਰ, ਮੈਂ ਉਹਨਾਂ ਦੀ ਗੱਲ ਮੰਨਾਂਗਾ ਅਤੇ ਤਾਂ ਹੀ ਮੇਰੇ ਕਾਰਜ ਸਵਾਰਨਗੇ ਨਾ। ਉਹ ਬਾਣੀ ਕਹਿੰਦੀ ਨਾਮ ਜਪਣ ਨਾਲ ਸਭ ਕੁਛ ਮਿਲਦਾ। ਸੰਸਾਰ ਦੀ ਹਰ ਇੱਕ ਚੀਜ਼ ਮਿਲਦੀ ਹੈ। ਨਵ ਨਿਧੀ ਅਤੇ 18 ਸਿੱਧੀ ਸਭ ਕੁਛ ਸ਼ਾਮਿਲ ਹੈ। ਨਵ ਨਿਧੀ ਸੰਸਾਰ ਦੀ ਧਨ ਦੌਲਤ ਨੂੰ ਕਹਿੰਦੇ ਨੇ। ਨਾਮ ਜਪਣ ਨਾਲ ਧਨ ਦੌਲਤ ਮਿਲਦਾ ਹੈ। ਤੁਸੀਂ ਕਹੋ ਉੱਤੋਂ ਡਿੱਗਦਾ, ਉੱਤੋਂ ਕੁਛ ਨਹੀਂ ਡਿੱਗਿਆ ਕਰਦਾ, ਉੱਤੋਂ ਕੁਛ ਨਹੀਂ ਡਿੱਗਦਾ। ਤੁਸੀਂ ਕਈ ਲੋਕ ਦੇਖੇ ਹੋਣੇ ਨੇ, ਮਿੱਟੀ ਨੂੰ ਹੱਥ ਪਾਉਂਦੇ ਨੇ ਸੋਨਾ ਹੋ ਜਾਂਦਾ, ਅਤੇ ਕਈ ਸੋਨੇ ਨੂੰ ਹੱਥ ਪਾਉਂਦੇ ਮਿੱਟੀ ਹੋ ਜਾਂਦੀ ਹੈ। ਇਹ ਕਿਸਮਤ ਹੁੰਦੀ ਹੈ ਆਪਣੀ। ਕਿਸੇ ਨੇ ਕੋਈ ਵਪਾਰ ਸ਼ੁਰੂ ਕੀਤਾ, ਜੇ ਉਹਦੀ ਕਿਸਮਤ ਚੰਗੀ ਹੈ ਉਹ ਦਿਨੋਂ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰਦਾ ਹੋ ਜਾਏਗਾ। ਦੇਖਦੇ ਅਮੀਰ ਹੋ ਜਾਏਗਾ। ਅਤੇ ਜਿਹੜੇ ਬਦ ਕਿਸਮਤ ਨੇ ਉਹ ਜੇ ਅਮੀਰ ਪੈਦਾ ਹੋਣਗੇ ਤਾਂ ਆਪਣੇ ਕਰਮਾਂ ਕਰਨ ਗਰੀਬ ਹੋ ਜਾਣਗੇ। ਇਸ ਲਈ ਬਾਣੀ ਪੜ੍ਹੋ, ਨਾਮ ਜਪੋ, ਮਤ ਜ਼ਿੰਦਗੀ ਧੱਕੇ ਧੋੜੇ ਖਾਓ।
ਗੁਰੂ ਮਹਾਰਾਜ ਨੇ ਸੱਚਖੰਡ ਤੋਂ ਬਾਣੀ ਸਾਨੂੰ ਲਿਆਂਦੀ ਹੋਈ ਹੈ। ਸਾਨੂੰ ਅਜੇ ਤੱਕ ਇਹਦੀ ਤਾਕਤ ਦਾ ਹੀ ਨਹੀਂ ਸਮਝ ਆ ਰਹੀ ਸਿੱਖਾਂ ਨੂੰ। ਜਦੋਂ ਪਤਾ ਲੱਗੇ ਨਾ ਬਾਣੀ ਪੜ੍ਹਨ ਦੇ, ਨਾਮ ਜਪਣ ਦੇ ਕੀ ਲਾਭ ਨੇ, ਬੰਦੇ ਨੂੰ ਹੋਰ ਕੰਮ ਹੀ ਕੋਈ ਨਹੀਂ ਕਰਨਾ, ਉਹਨੇ ਨਾਮ ਹੀ ਜਪੀ ਜਾਣਾ ਹੈਗਾ। ਨਾਮ 'ਚ ਨਹੀਂ ਤਾਂ ਤੁਸੀਂ ਜਿੱਥੇ ਬੈਠੇ ਤੁਹਾਡਾ ਭੋਜਨ ਉੱਥੇ ਆ ਜਾਏਗਾ, ਨਹੀਂ ਤਾਂ ਤੁਹਾਨੂੰ ਭੋਜਨ ਦੇਸਾਂ ਪ੍ਰਦੇਸਾਂ ਜਾ ਖਾਣਾ ਪਵੇਗਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਨਹੀਂ ਤਾਂ ਤੁਹਾਨੂੰ ਦਾਣੇ ਪਾਉਣ ਲਈ ਦੇਸਾਂ ਵਿਦੇਸਾਂ ਜਾਣਾ ਪੈਣਾ। ਜੇ ਤੁਸੀਂ ਨਾਮ ਜਪਦੇ ਹੋ, ਦਾਣਾ ਪਾਣੀ ਤੁਹਾਡੇ ਕੋਲ ਆਪੇ ਆਵੇਗਾ, ਤੁਹਾਨੂੰ ਧੱਕੇ ਖਾਣ ਦੀ ਲੋੜ ਨਹੀਂ, ਦੇਸਾਂ ਵਿਦੇਸਾਂ ਜਾਣ ਦੀ ਲੋੜ ਨਹੀਂ ਹੈਗੀ, ਇੱਥੇ ਹੀ ਆਊਗਾ ਜਿੱਥੇ ਤੁਸੀਂ ਬੈਠੇ ਹੋ। ਇਸ ਲਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ। ਐਵੇਂ ਟਾਈਮ ਨਹੀਂ ਖਰਾਬ ਕਰੀਦਾ ਜ਼ਿੰਦਗੀ ਦਾ। ਹੈ ਮਨੁੱਖਾ ਜੀਵਨ ਬੜਾ ਕੀਮਤੀ ਹੈ, ਪਤਾ ਨਹੀਂ ਮੁੜ ਕੇ ਮਿਲੇ ਕਿ ਨਾ ਮਿਲੇ, ਕੋਈ ਪਤਾ ਨਹੀਂ ਦੁਬਾਰਾ ਮਨੁੱਖਾ ਜੀਵਨ ਮਿਲਣਾ ਕਿ ਨਹੀਂ ਮਿਲਣਾ। ਹੁਣ ਮਿਲਿਆ ਹੋਇਆ ਇਹਦਾ ਲਾਭ ਉਠਾਉਣਾ ਚਾਹੀਦਾ, ਕੋਈ ਸਮਾਂ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ। ਗੱਲਾਂ ਬਾਤਾਂ ਕੀ ਪਿਆ, ਗੱਪਾਂ ਮਾਰਨ 'ਚ ਕੀ ਪਿਆ, ਅਖਬਾਰਾਂ ਪੜ੍ਹਨ 'ਚ ਕਿਆ ਪਿਆ, 10-15 ਮਿੰਟਾਂ ਸੁਰਖੀਆਂ ਜੇ ਵੇਖ ਲਓ ਬਸ, ਹੋਰ ਉਹ 'ਚ ਕੀ ਹੈ। ਸੋ ਇਸ ਲਈ ਜਿੰਨਾ ਸਮਾਂ ਮਿਲੇ ਬਾਣੀ ਪੜ੍ਹੋ। ਕਈ ਨਿਰਾ ਕਹਿੰਦੇ ਗੁਰਦੁਆਰੇ ਜਾਓ, ਮੱਥਾ ਟੇਕ ਕੇ ਜਾਓ, ਠੀਕ ਚੰਗੀ ਗੱਲ ਹੈ ਗੁਰਦੁਆਰੇ ਜਾਣਾ। ਨਹੀਂ, ਬੱਚਿਆਂ ਨੂੰ ਬਾਣੀ ਪੜ੍ਹਨ ਲਾਓ, ਉਹਨਾਂ ਨੂੰ ਯਾਦ ਕਰਵਾਓ ਬਾਣੀ। ਇੱਕ ਪੌੜੀ ਵੀ ਤੈਨੂੰ 5 ਰੁਪਈਏ ਮਿਲਣਗੇ, ਪਹਿਲੀ ਪੌੜੀ ਕੱਲ੍ਹ ਨੂੰ ਯਾਦ ਕਰਕੇ ਸੁਣਾਈ। ਦੇਖੋ ਮਾਇਆ ਸਭ ਨੂੰ ਪਿਆਰੀ ਲੱਗਦੀ ਹੈ, ਮਾਇਆ ਨਾਲ ਵੱਡੇ ਤੋਂ ਵੱਡੇ ਬੰਦੇ ਨੂੰ ਖਰੀਦਿਆ ਜਾ ਸਕਦਾ ਹੈ। ਆ ਕੁਝ ਲੋਕਾਂ ਨੇ ਮਾਇਆ ਦੇ ਜ਼ੋਰ ਨਾਲ ਸਾਰੀ ਦੀ ਸਾਰੀ ਭਾਰਤ ਸਰਕਾਰ ਖਰੀਦ ਲਈ ਹੈ। ਇੰਨੀ ਮਾਇਆ 'ਚ ਤਾਕਤ ਹੈ। ਮਾਇਆ 'ਚ ਇੰਨੀ ਤਾਕਤ ਹੈ। ਇਸ ਲਈ ਮਾਇਆ ਦਿਓ, ਜੋ ਮਰਜ਼ੀ ਕਰਾ ਲਓ ਬੰਦੇ ਤੋਂ। ਮਾਇਆ 'ਚ ਤਾਕਤ ਹੀ ਨਹੀਂ, ਜੋ ਮਰਜ਼ੀ ਕਰਾ ਲਓ। ਹਰ ਬੰਦੇ ਦੀ ਕੀਮਤ ਹੁੰਦੀ ਹੈ। ਕਿਤੇ ਇੱਕ ਚਾਹ ਦਾ ਕੱਪ ਹੈ, ਕਿਤੇ ਕਰੋੜ, 10 ਕਰੋੜ, ਅਰਬ, ਹਰ ਇੱਕ ਬੰਦੇ ਦੀ ਕੀਮਤ ਹੈ। ਹਰ ਇੱਕ ਬੰਦੇ ਨੂੰ ਖਰੀਦਿਆ ਜਾ ਸਕਦਾ ਹੈ। ਅਤੇ ਬੱਚੇ ਨੂੰ ਤਾਂ 2-4 ਰੁਪਈਏ 'ਚ ਹੀ ਖੁਸ਼ ਹੋ ਜਾਣਾ। ਜੇ 5 ਰੁਪਏ ਰੋਜ਼ ਦੇ ਕੇ ਇੱਕ ਪੌੜੀ ਜਪਜੀ ਸਾਹਿਬ ਦੀ ਯਾਦ ਕਰੇ, 40 ਕੁੱਲ ਨੇ, 38 ਪੌੜੀਆਂ ਨੇ, 2 ਸ਼ਲੋਕ ਨੇ। 200 ਰੁਪਏ ਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਜਪਜੀ ਸਾਹਿਬ ਮੂੰਹ ਜ਼ਬਾਨੀ ਯਾਦ ਕਰਾ ਲਿਆ ਤਾਂ ਤੁਸੀਂ ਬਹੁਤ ਵੱਡਾ ਪੁੰਨ ਕਰਤਾ ਬੱਚੇ 'ਤੇ। 200 ਰੁਪਏ ਕੁਝ ਵੀ ਨਹੀਂ ਹੁੰਦਾ। ਤੁਸੀਂ ਉਹਦੇ 'ਤੇ ਐਡਾ ਵੱਡਾ ਪਰਉਪਕਾਰ ਕਰ ਦਿੱਤਾ ਹੈ, ਉਹ ਸਾਰੀ ਉਮਰ ਤੁਹਾਨੂੰ ਯਾਦ ਰੱਖੇਗਾ। ਜਦੋਂ ਜਪਜੀ ਸਾਹਿਬ ਯਾਦ ਹੋ ਜਾਏ, ਫਿਰ ਰਹਿ ਰਸ ਯਾਦ ਕਰੋ, ਉਹ ਹੋ ਜਾਏ ਫਿਰ ਸੋਲ੍ਹਾ ਸਾਹਿਬ ਕਰੋ। ਛੋਟੀਆਂ ਉਮਰਾਂ 'ਚ 3 ਬਾਣੀਆਂ ਯਾਦ ਕਰਾ ਲਓ। ਅਤੇ ਉਹਨੂੰ ਕਹੋ ਕਾਕਾ ਸਵੇਰੇ ਜਪਜੀ ਸਾਹਿਬ ਪੜ੍ਹ ਕੇ ਫਿਰ ਸਕੂਲੇ ਜਾਣਾ, ਰਾਤ ਨੂੰ ਸ਼ਾਮ ਨੂੰ ਆ ਕੇ ਰਹਿ ਰਸ ਦਾ ਪਾਠ ਕਰਕੇ ਫਿਰ ਰੋਟੀ ਖਾਣੀ ਹੈ, ਸੌਣ ਤੋਂ ਪਹਿਲਾਂ ਸੋਲ੍ਹਾ ਸਾਹਿਬ ਦਾ ਪਾਠ ਕਰਕੇ ਫਿਰ ਸੌਣਾ ਹੈ। ਇਸ ਤਰ੍ਹਾਂ ਬੱਚੇ ਨੂੰ ਆਦਤ ਪਾਓ। ਜੇ ਥੋੜ੍ਹਾ ਜਿਹਾ ਹੋਰ ਵੱਡਾ ਹੋ ਜਾਏ, ਫਿਰ ਗਰਮੀਆਂ ਦੀ ਛੁੱਟੀਆਂ ਆ ਗਈਆਂ, ਫਿਰ ਹੋਰ ਬਾਣੀ ਯਾਦ ਕਰਾਉਣੀ ਸ਼ੁਰੂ ਕਰ ਦਿਓ। ਮੇਰੇ ਕੋਲ 7ਵੀਂ 'ਚ ਮੁਸਲਮਾਨਾਂ ਦੀ ਲੜਕੀ ਪੜ੍ਹਦੀ ਸੀ ਘਨੌਰ। ਮੈਂ ਇੱਕ ਦਿਨ ਉਹਨੂੰ ਸੱਦਿਆ, ਖਾਲੀ ਪੀੜ ਸੀ। ਮੈਂ ਉਹਨੂੰ ਕਿਹਾ ਵੀ ਤੈਨੂੰ ਕੋਈ ਨਮਾਜ਼ ਪੜ੍ਹਨੀ ਆਉਂਦੀ ਹੈ? ਕਹਿੰਦੀ ਮੈਨੂੰ 5 ਆਉਂਦੀਆਂ ਨੇ। ਮੈਂ ਹੈਰਾਨ ਵੀ 7ਵੀਂ 'ਚ ਕੁੜੀ ਪੜ੍ਹਦੀ ਹੈ ਅਤੇ ਅਰਬੀ ਭਾਸ਼ਾ 'ਚ। ਨਮਾਜ਼ ਪੰਜਾਬੀ ਹਿੰਦੀ 'ਚ ਨਹੀਂ ਹੈ, ਅਰਬੀ ਭਾਸ਼ਾ 'ਚ। ਕਹਿੰਦੀ ਮੁਸਲਮਾਨਾਂ ਦੇ ਵਿੱਚ ਰਿਵਾਜ਼ ਹੈ ਕਿ ਬੱਚੇ ਨੂੰ ਸਭ ਤੋਂ ਪਹਿਲਾਂ 5 ਨਮਾਜ਼ਾਂ ਯਾਦ ਕਰਾਉਂਦੇ ਨੇ, ਕਿਉਂਕਿ ਅਸੀਂ ਸਾਰੀ ਉਮਰ 5 ਨਮਾਜ਼ਾਂ ਪੜ੍ਹਨੀਆਂ ਹੁੰਦੀਆਂ ਨੇ। ਬੱਚੇ ਨੂੰ ਮੂੰਹ ਜ਼ਬਾਨੀ, ਹਰ ਇੱਕ ਮੁਸਲਮਾਨ ਬੱਚੇ ਨੂੰ ਮੂੰਹ ਜ਼ਬਾਨੀ, ਜਿਹੜਾ ਵੀ ਪੜ੍ਹਿਆ ਲਿਖਿਆ ਬੱਚਾ, ਉਹਨੂੰ ਮੂੰਹ ਜ਼ਬਾਨੀ 5 ਨਮਾਜ਼ਾਂ ਆਉਣਗੀਆਂ। ਮੈਨੂੰ ਕੋਈ ਫਿਰ ਸਾਡੇ ਕੋਲ ਵੱਡਾ ਸਾਰਾ ਟੇਬਲ ਸੀ ਸਟਾਫ ਰੂਮ 'ਚ। ਮੈਂ ਕੱਪੜਾ ਉਸ 'ਤੇ ਫੇਰ ਕੇ ਪਹਿਲਾਂ, ਬੇਟਾ ਇਸ 'ਤੇ ਚੜ੍ਹ ਜਾ। ਉਹਨੇ ਦੇਖਿਆ ਦੁਪਹਿਰ ਦਾ ਟਾਈਮ ਹੋ ਗਿਆ, ਕਹਿੰਦੀ ਮੈਂ ਦੁਪਹਿਰ ਦੀ ਨਮਾਜ਼ ਪੜ੍ਹਦੇ ਨਹੀਂ ਹਾਂ। ਮੈਂ ਤਾਂ ਕੋਈ ਪੜ੍ਹ ਲੈ, ਮੈਨੂੰ ਪਤਾ ਸੀ ਇਹ ਅਰਬੀ ਹੈ, ਮੈਨੂੰ ਕਿਹੜਾ ਸਮਝ ਆਉਣੀ ਹੈ, ਕਿਉਂਕਿ ਮੈਨੂੰ ਫਾਰਸੀ ਅਤੇ ਅਰਬੀ ਦੇ ਸਿਰਫ ਉਹ ਸ਼ਬਦ ਆਉਂਦੇ ਨੇ ਜਿਹੜੇ ਗੁਰਬਾਣੀ 'ਚ ਆਉਂਦੇ ਨੇ। ਜਿਹੜੇ ਨਿਤਨੇਮ ਦੀਆਂ 3 ਬਾਣੀਆਂ, ਉਹ 'ਚ ਜਿਹੜੇ ਅਰਬੀ ਫਾਰਸੀ ਸ਼ਬਦ ਜਾਂ ਮੈਨੂੰ ਉਹ ਆਉਂਦੇ ਨੇ, ਜਾਂ ਗੁਰੂ ਗ੍ਰੰਥ ਸਾਹਿਬ 'ਚ ਅਰਬੀ ਫਾਰਸੀ ਸ਼ਬਦ ਉਹ ਆਉਂਦੇ ਨੇ। ਉਂਝ ਨਹੀਂ ਮੈਨੂੰ ਆਉਂਦੀ ਅਰਬੀ ਫਾਰਸੀ। ਮੈਂ ਐਵੇਂ ਕਹਾਂ
ਉਹ ਮੈਨੂੰ ਜ਼ਰੂਰ ਆਉਂਦੇ ਨੇ, ਕਿਉਂਕਿ ਉਹ ਮੈਂ ਡਿਕਸ਼ਨਰੀ ਮੇਰੇ ਕੋਲ ਸੀ, ਉਸ 'ਤੇ ਮੈਂ ਆਪਣੀ ਤਿਆਰੀ ਕਰਦਾ ਰਹਿੰਦਾ ਸੀ। ਖੈਰ ਉਹਨੇ ਨਮਾਜ਼ ਪੜ੍ਹੀ ਜੀ ਉਸੇ ਤਰ੍ਹਾਂ। ਮੈਂ ਕਿਹਾ ਵੀ ਕੁੱਲ ਤੁਹਾਨੂੰ 5 ਨਮਾਜ਼ਾਂ ਪੜ੍ਹਦੇ ਕਿੰਨਾ ਸਮਾਂ ਲੱਗਦਾ ਜੀ? 1 ਘੰਟਾ ਲੱਗਦਾ ਟੋਟਲ। ਕੋਈ ਛੋਟੀ ਨਮਾਜ਼ ਹੁੰਦੀ ਹੈ, ਕੋਈ ਵੱਡੀ ਹੁੰਦੀ। ਜਿਵੇਂ ਆਪਣੇ ਹੈ ਨਿਤਨੇਮ ਦੀਆਂ ਜਿਹੜੀ 5 ਸਵੇਰੇ 5 ਬਾਣੀ ਹੁੰਦੀ ਕਿ ਨਹੀਂ, ਵੱਡੀ ਹੈ। ਰਹਿਰਾਸ ਉਦੋਂ ਛੋਟੀ ਹੈ, ਸੋਹਿਲਾ ਸਾਹਿਬ ਉਦੋਂ ਛੋਟਾ। ਇਸੇ ਤਰ੍ਹਾਂ ਉਹਨਾਂ ਦੀ ਵੀ ਹੈ। ਅਤੇ ਮੈਂ ਹੈਰਾਨ ਵੀ ਉਹ ਊਠਕ ਬੈਠਕ ਕਰ ਰਹੀ ਹੈ। ਤੁਸੀਂ ਕਦੇ ਨਮਾਜ਼ ਮਸੀਹ 'ਚ ਪੜ੍ਹਦੇ TV 'ਤੇ ਦੇਖੇ ਹੋਣਗੇ, ਕਿੰਨੀ ਐਕਸਰਸਾਈਜ਼ ਹੁੰਦੀ ਹੈ। ਮੈਂ ਜਿਹੜਾ ਬੱਚਾ ਰੋਜ਼ 1 ਘੰਟਾ ਐਕਸਰਸਾਈਜ਼ ਕਰਦਾ, ਨਾਲ ਨਮਾਜ਼ ਪੜ੍ਹਨ ਨਾਲ ਐਕਸਰਸਾਈਜ਼ ਹੋ ਰਹੀ ਹੈ, ਅੱਲਾ ਤੋਂ ਉਸ 'ਤੇ ਖੁਸ਼ ਹੋਏਗੀ, ਤੰਦਰੁਸਤ ਹੋ ਜਾਏਗਾ। ਕੋਈ ਬੱਚਾ ਰੋਜ਼ 1 ਘੰਟਾ ਐਕਸਰਸਾਈਜ਼ ਕਰਦੇ ਹੋ ਤਾਂ ਆਪੇ ਹੀ ਤੰਦਰੁਸਤ ਰਹੇਗਾ। ਨਾਲ ਉਹ ਬਾਣੀ ਪੜ੍ਹਦਾ ਹੈ, ਨਮਾਜ਼ ਪੜ੍ਹਦੇ ਰਹੋ। ਮੈਂ ਬਈ ਆਹ ਤਾਂ ਦੂਰਾ ਫਾਇਦਾ ਇਹਨਾਂ ਨੂੰ। ਅਸੀਂ ਤਾਂ ਚੌਂਕੜੀ ਮਾਰ ਕੇ ਪਾਠ ਕਰਦੇ, ਉਹ ਐਕਸਰਸਾਈਜ਼ ਉਹਨਾਂ ਦੀ ਹੁੰਦੀ, ਕਿੰਨੀ ਹੁੰਦੀ ਐਕਸਰਸਾਈਜ਼। ਅਤੇ ਉੱਥੇ ਮੈਨੂੰ ਬੜਾ ਹੋਇਆ, ਮੈਂ ਹਾਂ ਜੇ 7ਵੀਂ ਦੀ ਇੱਕ ਲੜਕੀ ਜਿਹੜੀ ਹੈ, ਇਹ 5 ਨਮਾਜ਼ਾਂ ਅਰਬੀ ਦੀਆਂ, ਪੰਜਾਬਣ ਕੁੜੀ ਹੈ, ਅਰਬੀ ਦੀਆਂ 5 ਨਮਾਜ਼ਾਂ ਜੀ ਯਾਦ ਕਰ ਸਕਦੀ ਹੈ, ਅਤੇ ਅਸੀਂ ਛੋਟੀ ਬਾਣੀਆਂ ਕਿਉਂ ਨਹੀਂ ਯਾਦ ਕਰ ਸਕਦੇ? ਇਸ ਲਈ ਬੱਚਿਆਂ ਨੂੰ ਲਾਇਆ ਕਰੋ, ਆਪ ਵੀ ਯਾਦ ਕਰੋ। ਵੱਡੀ ਉਮਰ 'ਚ ਨਹੀਂ ਯਾਦ ਹੁੰਦੀ, ਫਿਰ ਜਾ ਕੇ ਛੋਟੀ ਉਮਰ 'ਚ ਯਾਦ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਯਾਦ ਸ਼ਕਤੀ 18 ਸਾਲ ਤੱਕ ਵੱਧਦੀ ਰਹਿੰਦੀ ਹੈ। ਫਿਰ 18 ਸਾਲ ਤੋਂ ਬਾਅਦ ਕੁਝ ਸਾਲ 30 ਸਾਲ ਤੱਕ ਇਹ ਇਕਸਾਰ ਰਹਿੰਦੀ ਹੈ। 30 ਸਾਲ ਤੋਂ ਬਾਅਦ ਫਿਰ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। 40 ਤੋਂ ਹੋਰ ਘਟਦੀ ਹੈ, 50 'ਚ ਹੋਰ ਘਟਦੀ ਹੈ, 60 'ਚ ਹੋਰ ਘਟਦੀ ਹੈ, 60 ਕਾ ਬੁਢੇਪਾ ਆਵੇ ਹੁੰਦੇ ਕਿ ਨਹੀਂ, 70 ਕਾ ਮਤਹੀਣ। 70 ਸਾਲ ਬਾਅਦ ਭੁੱਲਣਾ ਸ਼ੁਰੂ ਹੋ ਜਾਂਦਾ ਬੰਦਾ। ਯਾਦ ਸ਼ਕਤੀ ਘਟਦੀ ਜਾਂਦੀ ਵੱਡੀ ਉਮਰ ਨਾਲ। ਛੋਟੀ ਉਮਰ 'ਚ ਯਾਦ ਸ਼ਕਤੀ ਬੜੀ ਹੁੰਦੀ ਹੈ। ਛੋਟੀ ਉਮਰ ਦੇ ਵਿੱਚ ਇਹ ਚੀਜ਼ਾਂ ਬੱਚਿਆਂ ਨੂੰ ਯਾਦ ਕਰਾਉਣੀਆਂ ਚਾਹੀਦੀਆਂ ਹਨ। ਸੋ ਸੰਗਤ ਨੂੰ ਬੇਨਤੀ, ਜਿਹੜੇ ਸੁਣ ਰਹੇ ਹੋ, ਬੱਚਿਆਂ ਨੂੰ ਲਾਓ ਇਸ ਪਾਸੇ, ਉਹਨਾਂ ਲਾਲਚ ਦਿਓ। ਕੋਈ ਗੱਲ ਨਹੀਂ, ਕੁਝ ਪੈਸੇ ਖਰਚ ਕਰਕੇ ਅਗਰ ਅਸੀਂ ਐਡਾ ਵੱਡਾ ਕੰਮ ਉਹਨਾਂ ਤੋਂ ਕਰਵਾ ਲੈਂਦੇ ਹਾਂ, ਉਹ ਤੁਹਾਨੂੰ ਹਮੇਸ਼ਾ ਯਾਦ ਰੱਖਣਗੇ। ਸਾਡੇ ਮਾਂ ਪਿਓ ਨੇ ਸਾਡੇ ਤੋਂ ਛੋਟੀ ਉਮਰ 'ਚ ਬਾਣੀ ਯਾਦ ਕਰਾ ਲਈ ਸੀ। ਫਿਰ ਘਰ ਦੇ ਵਿੱਚ ਨਿਤਨੇਮ ਦਾ ਗੁਟਕਾ ਰੱਖੀਦਾ, ਜਿਹੜਾ ਅਰਥਾਂ ਸਮੇਤ ਹੋਵੇ। ਮਾਰਕੀਟ ਸਭ ਕੁਛ ਮਿਲਦਾ ਹੈ, ਨਹੀਂ ਤਾਂ ਅੱਜ ਕੱਲ੍ਹ ਹਰ ਬੱਚੇ ਕੋਲ ਮੋਬਾਈਲ ਹੈ, ਉਹਦੇ ਵਿੱਚ ਅਰਥਾਂ ਸਮੇਤ ਤੁਸੀਂ ਨਿਤਨੇਮ ਫੀਡ ਕਰ ਸਕਦੇ ਹੋ। ਅਤੇ ਫਿਰ ਉਹਨੂੰ ਕਿਹਾ, ਜਦ ਵਿਹਲਾ ਬੈਠਾ ਹੋ, ਤੁਸੀਂ ਬੈਠੋ, ਅੱਛਾ ਬਈ ਕੱਢ ਪਹਿਲੀ ਪੌੜੀ, ਇੱਕ ਓਂਕਾਰ ਗੁਰਪ੍ਰਸਾਦ ਕਰ ਮੂਲ ਮੰਤਰ, ਹਾਂ ਸੁਣਾ ਬਈ, ਸੁਣਾ। ਤਾਂ ਹੁਣ ਅਰਥਾਂ ਸਮੇਤ ਸੁਣਾ ਇਹਨੂੰ। ਉਹ ਗੁਟਕੇ ਤੋਂ ਲਿਖਿਆ ਹੋਇਆ ਹੈ, ਉਹਨੂੰ ਕਿਹਾ 2-3 ਵਾਰੀ ਪੜ੍ਹ ਲੈ, ਫਿਰ ਮੈਨੂੰ ਸੁਣਾਈ। ਐਂ ਹੌਲੀ ਹੌਲੀ ਉਹਨੂੰ ਅਰਥਾਂ ਸਮੇਤ ਨਿਤਨੇਮ ਯਾਦ ਕਰਵਾ ਦਿਓ, ਬਸ ਫਿਰ ਮੌਜੇ ਸਾਰੀ ਉਮਰ ਹਨ। ਤੁਸੀਂ ਉਸ 'ਤੇ ਬਹੁਤ ਵੱਡਾ ਪਾਰਪ ਕਰ ਦੇਵੋਗੇ। ਸੋ ਗੁਰੂ ਮਹਾਰਾਜ ਕਹਿੰਦੇ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ, ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਸਾਡੇ ਸਰੀਰ ਦੇ ਵਿੱਚ ਇਹ ਨਾਮ ਦੇ ਭੰਡਾਰੇ ਭਰੇ ਪਏ ਨੇ, ਪਰ ਇਹ ਮਿਲਦਾ ਕਿਹਨੂੰ ਹੈ? ਗੁਰਮੁਖ। ਗੁਰਮੁਖ ਪਾਏ ਨਾਮ ਅਪਾਰਾ, ਅਪਾਰਾ ਪਾ ਬੇਅੰਤ ਪਰਮਾਤਮਾ ਦਾ। ਬੇਅੰਤ ਪਰਮਾਤਮਾ ਦਾ ਨਾਮ ਗੁਰਮੁਖ ਨੂੰ ਮਿਲਦਾ ਹੈ, ਜਿਹੜਾ ਗੁਰੂ ਦੇ ਅੱਖੇ ਲੱਗਦਾ ਹੈ। ਉਹਨੂੰ ਜਿਹੜੇ ਅੰਦਰ ਸਾਡੇ ਰਤਨਾਂ ਦਾ ਭੰਡਾਰ ਹੈ, ਉਹਨੂੰ ਮਿਲਣਾ ਹੈ। ਨਾਮ ਮਿਲ ਗਿਆ, ਸਮਝੋ ਸਾਰਾ ਸੰਸਾਰ ਹੀ ਮਿਲ ਗਿਆ। ਮੈਂ ਕਈ ਵਾਰੀ ਹੈਰਾਨ ਹੋ ਜਾਣਾ ਵੀ ਨਾਮ 'ਚ ਇੰਨੀ ਤਾਕਤ ਹੈ। ਨਾਮ 'ਚ ਇੰਨੀ ਤਾਕਤ ਹੈ, ਵੱਡਿਆਂ ਨੂੰ ਤੁਹਾਡੇ ਅੱਗੇ ਝੁਕਾ ਦਿੰਦਾ ਹੈ। ਜੇ ਤੁਹਾਡੇ ਕੋਲ ਨਾਮ ਜਿਹਦੇ ਹੋ ਗਿਆ ਨਾ, ਆਹ ਗੁਰੂ ਗ੍ਰੰਥ ਸਾਹਿਬ ਕੀ ਹੈ? ਨਾਮ ਹੈ ਨਾ। ਦੁਨੀਆ ਦੇਖੋ ਮੱਥੇ ਟੇਕਦੀ ਹੈ, ਇਹ ਸਰੀਰ 'ਤੇ ਨਹੀਂ, ਇਹ ਬਾਣੀ ਨਾਮ ਹੈ। ਦੁਨੀਆ ਕਰੋੜਾਂ ਲੋਕ ਮੱਥੇ ਟੇਕਦੇ ਨੇ ਅਤੇ ਖੁਸ਼ ਹੁੰਦੇ ਨੇ ਮੱਥਾ ਟੇਕ ਗੁਰੂ ਮਹਾਰਾਜ ਨੂੰ। ਇਹ ਬਾਣੀ ਹੈ, ਇਹ ਨਾਮ ਹੈ, ਇੰਨੀ ਤਾਕਤ ਹੈ। ਵੱਡੇ ਆ ਕੇ ਝੁਕਦੇ ਹਨ। ਐਵੇਂ ਲੋਕ ਸਾਧੂਆਂ ਸੰਤਾਂ ਅੱਗੇ ਜਾ ਕੇ ਝੁਕਦੇ।
ਰਾਜੇ ਮਹਾਰਾਜੇ ਵੀ ਜਾ ਕੇ ਸਾਧੂਆਂ ਸੰਤਾਂ ਅੱਗੇ ਝੁਕਦੇ ਨੇ, ਉਹਨਾਂ ਕੋਲ ਨਾਮ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਪਾਏ ਨਾਮ ਅਪਾਰ। ਇਸ ਨਾਮ ਦੀ ਪ੍ਰਾਪਤੀ ਗੁਰਮੁਖ ਨੂੰ ਹੁੰਦੀ ਹੈ, ਜਿਹੜਾ ਗੁਰੂ ਦੇ ਅੱਖੇ ਲੱਗਦਾ। ਗੁਰਮੁਖ ਵਣਜੇ ਸਦਾ ਵਪਾਰੀ। ਗੁਰਮੁਖ ਜਿਹੜਾ ਹੈ ਉਹ ਸਦਾ ਵਪਾਰੀ ਹੈ, ਅਤੇ ਉਹ ਵਣਜ ਕਰਦਾ। ਕਾਹਦਾ? ਨਾਮ ਦਾ। ਨਾਮ ਖਰੀਦਦਾ ਅਤੇ ਨਾਮ ਵੀ ਅੱਗੇ ਵੇਚਦਾ ਹੈ, ਨਾਮ ਦਾ ਵਪਾਰ ਕਰਦਾ। ਆਪ ਨਾਮ ਜਪਦਾ, ਦੂਜਾ ਤੋਂ ਨਾਮ ਜਪਵਾਉਂਦਾ ਹੈ। ਇਹ ਗੁਰਮੁਖ ਦੀ ਨਿਸ਼ਾਨੀ ਹੁੰਦੀ ਹੈ। ਉਹ ਸਵਾਰਥੀ ਨਹੀਂ ਹੁੰਦਾ ਵੀ ਆਪ ਵਾਹਿਗੁਰੂ ਵਾਹਿਗੁਰੂ ਕਰੀ ਆਪਣੇ ਕਿਸੇ ਤੋਂ ਕੀ ਲੈਣਾ, ਨਹੀਂ। ਉਹ ਦੂਜਿਆਂ ਨੂੰ ਵੀ ਪ੍ਰੇਰਦਾ, ਕਿਉਂਕਿ ਜਿਹੜਾ ਗੁਰਮੁਖ ਹੁੰਦਾ ਹੈ ਉਹ ਨਰਮ ਦਿਲ ਹੁੰਦਾ ਹੈ। ਉਹਦੀ ਇੱਛਾ ਹੁੰਦੀ ਦੂਜੇ ਦਾ ਵੀ ਭਲਾ ਹੋਵੇ। ਬਹੁਤ ਸਾਰੇ ਲੋਕ ਤਾਂ ਦੂਜੇ ਦਾ ਨੁਕਸਾਨ ਕਰਕੇ ਖੁਸ਼ ਹੁੰਦੇ ਨੇ। ਮੇਰੇ ਭਰਾ ਦਾ ਮੰਗਣਾ ਹੁਣ ਲੱਗਣਾ, ਸਾਡੇ ਤਾਏ ਨੇ ਵਿੱਚ ਭਾਨੀ ਮਾਰ ਦੇਣੀ। ਚਲੋ ਹੋਣਾ ਸੀ, ਮੰਗਣਾ ਹੋ ਰਿਹਾ ਹੋਇਆ। ਉਹ ਹੋਣ ਤੋਂ ਬਾਅਦ ਸ਼ਗਨ ਲੱਗਣ ਤੋਂ ਬਾਅਦ ਉਦੋਂ ਨਾ ਪਤਾਸੇ ਵੰਡਿਆ ਕਰਦੇ ਸੀ। ਪਤਾਸਿਆਂ ਦਾ ਰਿਵਾਜ਼ ਸੀ, ਬੁੱਕ ਭਰ ਕੇ ਹਰ ਇੱਕ ਨੂੰ ਪਤਾਸੇ ਦੇਈ ਜਾਂਦੇ ਸੀ। ਇੱਕ ਨੇ ਟੋਕਰਾ ਫੜਿਆ ਹੁੰਦਾ, ਦੂਜਾ ਬੁੱਕ ਭਰ ਕੇ ਉਹਨੂੰ ਝੋਲੀ ਜਣੇ ਪਤਾਸੇ ਪਾ ਦਿੰਦਾ ਸੀ। ਮੇਰਾ ਭਰਾ ਚੌਂਕੀ 'ਤੇ ਬੈਠਾ, ਜਦੋਂ ਮੰਗਣਾ ਹੋਇਆ, ਸ਼ਗਨ ਲੱਗ ਗਿਆ। ਜਦੋਂ ਪਤਾਸੇ ਵੰਡਦਾ ਮੇਰੇ ਤਾਏ ਕੋਲ ਆਇਆ ਨਾ, ਮੇਰਾ ਭਰਾ ਕਹਿੰਦਾ ਭਾਈ ਆ ਸਾਡੇ ਤਾਏ ਦਾ ਜ਼ੋਰ ਜ਼ਿਆਦਾ ਲੱਗਾ, ਇਹਨੂੰ 2 ਬੁੱਕ ਦੇਈ। ਸ਼ਰਮਿੰਦਾ ਹੋ ਗਿਆ, ਲੋਕਾਂ ਨੂੰ ਪਤਾ ਹੈ, ਲੋਕ ਹੱਸ ਪਏ। ਸੋ ਕਈਆਂ ਦਾ ਵਿੱਚਾਂ ਦੇ ਹਾਲਾਂਕਿ ਭਰਾ ਦਾ ਲੜਕਾ ਹੈ, ਭਤੀਜਾ ਹੀ ਲੱਗਾ ਨਾ। ਅਤੇ ਐਸੇ ਲੋਕ ਵੀ ਨੇ ਵੀ ਹਾਂ ਵੀ ਭਤੀਜੇ ਦਾ ਮੰਗਣਾ ਹੀ ਨਾ ਹੋਵੇ, ਵੀ ਤੇਰੇ ਨਾਲ ਥੋੜ੍ਹਾ ਹੀ ਹੋ ਜਾਏਗਾ। ਜਿਹਦੇ ਨਾਲ ਸੰਯੋਗ ਨੇ ਉਹਦੇ ਨਾਲ ਤਾਂ ਹੋ ਹੀ ਜਾਣਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਓ। ਨਾ ਗਿਆਨ ਹੋਣ ਕਰਕੇ ਬੰਦਾ ਇਸ ਤਰ੍ਹਾਂ ਕਰਦਾ ਰਹਿੰਦਾ ਹੈ। ਸੋ ਜਿਹੜਾ ਗੁਰਮੁਖ ਹੁੰਦਾ ਉਹ ਤਾਂ ਦਿਆਲੂ ਹੁੰਦਾ। ਉਹ ਕਹਿੰਦਾ ਦੂਜਿਆਂ ਦਾ ਵੀ ਭਲਾ ਹੋਵੇ। ਉਹ ਆਪ ਵੀ ਬਾਣੀ ਪੜ੍ਹਦਾ, ਦੂਜਿਆਂ ਨੂੰ ਕਹਿੰਦਾ ਭਾਈ ਬਾਣੀ ਪੜ੍ਹਿਆ ਕਰੋ। ਆਪ ਵੀ ਨਾਮ ਜਪਦਾ, ਦੂਜਿਆਂ ਨੂੰ ਕਹਿੰਦਾ ਭਾਈ ਨਾਮ ਜਪਿਆ ਕਰੋ। ਸੋ ਗੁਰਮੁਖ ਸਦਾ ਵਪਾਰੀ ਹੈ, ਉਹ ਸਦਾ ਹੀ ਵਣਜ ਕਰਦਾ ਹੈ। ਲਾਹਾ ਨਾਮ ਸਦ ਪਾ ਬਣਿਆ, ਅਤੇ ਨਾਮ ਦਾ ਉਹਨੂੰ ਲਾਹਾ ਮਿਲਦਾ ਹੈ। ਕਿਉਂ ਵਪਾਰ ਵਿੱਚ ਜੇ ਲਾਭ ਹੀ ਨਾ ਹੋਇਆ, ਫਿਰ ਵਪਾਰ ਕਰਨ ਦਾ ਆਨੰਦ ਕੀ ਆ, ਜੇ ਘਾਟੇ ਪੈ ਗਏ ਤਾਂ। ਇਹ ਜਿਹੜਾ ਨਾਮ ਦਾ ਵਪਾਰ ਹੈ, ਇਹ 'ਚ ਘਾਟਾ ਪੈਂਦਾ ਹੀ ਨਹੀਂ, ਇਹ 'ਚ ਲਾਹਾ ਹੀ ਲਾਹਾ ਹੈ। ਨਾਮ ਦਾ ਲਾਹਾ ਹੈ। ਆਪੇ ਵਥ ਰਾਖੈ ਆਪੇ ਦੇ, ਗੁਰਮੁਖ ਵਣਜੈ ਕੇਈ ਕੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਨੇ। ਆਪੇ ਵਥ ਵਸਤੂ ਨੂੰ ਕਹਿੰਦੇ ਨੇ, ਇੱਥੇ ਭਾਵ ਨਾਮ ਰੂਪੀ ਵਸਤੂ ਹੈ। ਆਪੇ ਵਥ ਰਾਖੈ ਆਪੇ ਦੇ, ਪਰਮਾਤਮਾ ਕੋਲੇ ਨਾਮ ਰੂਪੀ ਵਸਤੂ ਹੈ। ਇਹ ਆਪੇ ਹੀ ਜੀਵਨ ਨੂੰ ਨਾਮ ਦੀ ਦਾਤ ਦਿੰਦਾ ਹੈ। ਗੁਰਮੁਖ ਵਣਜੈ ਕੇਈ ਕੇ, ਪਰ ਇਸ ਨਾਮ ਦਾ ਵਪਾਰ ਗੁਰਮੁਖ ਕਰਦੇ ਨੇ। ਅਤੇ ਗੁਰਮੁਖ ਕੇਈ ਕੇ ਦਾ ਮਤਲਬ ਵਿਰਲੇ ਟਾਵੇਂ। ਗੁਰਮੁਖ ਨਾਮ ਦਾ ਵਪਾਰ ਕਰਦੇ ਨੇ ਅਤੇ ਗੁਰਮੁਖ ਵਿਰਲੇ ਟਾਵੇਂ ਹੁੰਦੇ ਨੇ। ਗੁਰਮੁਖ ਵਿਰਲੇ ਟਾਵੇਂ ਨੇ। ਪਰਮਾਤਮਾ ਕੋਲ ਨਾਮ ਰੂਪੀ ਵਸਤੂ ਹੈ, ਪਰ ਜਿਹੜਾ ਗੁਰਮੁਖ ਹੁੰਦਾ ਉਹ ਪਰਮਾਤਮਾ ਦਾ ਨਾਮ ਰੂਪੀ ਵਸਤੂ ਪ੍ਰਾਪਤ ਕਰਦਾ ਹੈ। ਨਾਨਕ ਜਿਸ ਨਦਰ ਕਰੇ ਸੋ ਪਾਏ। ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ, ਨਦਰ ਕਿਰਪਾ ਦ੍ਰਿਸ਼ਟੀ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਕਰ ਕਿਰਪਾ ਮਨ ਵਸਾਵਨੇ, ਪਰਮਾਤਮਾ ਕਿਰਪਾ ਕਰ ਦਿੰਦਾ ਅਤੇ ਫਿਰ ਨਾਮ ਨੂੰ ਜੀਵ ਦੇ ਮਨ ਵਿੱਚ ਵਸਾ ਦਿੰਦਾ ਹੈ। ਜਦੋਂ ਨਾਮ ਅੰਦਰ ਵਸ ਜਾਂਦਾ ਨਾ, ਸਹਿਜ ਸੁਭਾਈ ਬੰਦਾ ਨਾਮ ਜਪਦਾ ਰਹਿੰਦਾ, ਉਹਨੂੰ ਉਚੇਚ ਕਰਨ ਦੀ ਲੋੜ ਨਹੀਂ ਪੈਂਦੀ। ਬੈਠਾ ਤਾਂ ਵੀ ਦੇ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਨਿਕਲੀ ਜਾਏ, ਤੁਰਿਆ ਜਾ ਰਿਹਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ। ਸੰਤ ਅਤਰ ਸਿੰਘ ਜੀ ਮਹਾਰਾਜ ਉਦੋਂ ਆਵਾਜਾਈ ਦੇ ਸਾਧਨ ਤੁਰ ਕੇ ਹੀ ਜਾਂਦੇ ਸਨ। ਪੰਜਾਬ ਤੋਂ ਤੁਰ ਕੇ ਹਜ਼ੂਰ ਸਾਹਿਬ ਗਏ, 2500 ਕਿਲੋਮੀਟਰ ਤੁਰ ਕੇ ਗਏ। ਕਿਸੇ ਨੇ ਪੁੱਛਿਆ ਵੀ ਮਹਾਰਾਜ ਜੀ ਤੁਸੀਂ ਥੱਕਦੇ ਨਹੀਂ? ਤੁਸੀਂ 70 ਮੀਲ ਰੋਜ਼ ਤੁਰਦੇ, ਆਪਾਂ 100 ਕਿਲੋਮੀਟਰ। ਉਹ ਤਾਂ ਕਹਿੰਦੇ 100 ਕਿਲੋਮੀਟਰ ਰੋਜ਼ ਪੈਦਲ ਤੁਰਦੇ ਸਨ।
ਕਹਿੰਦੇ ਤੁਸੀਂ ਥੱਕਦੇ ਨਹੀਂ? ਕਹਿੰਦੇ ਥੱਕੀ ਦਾ ਤਾਂ ਜੇ ਤੁਰਨ ਵੱਲ ਧਿਆਨ ਹੋਵੇ ਤਾਂ ਥੱਕੀ ਦਾ। ਤੁਸੀਂ ਕੰਮ ਕਰ ਰਹੇ ਹੋ, ਤੁਹਾਡਾ ਧਿਆਨ ਕੰਮ ਵਿੱਚ, ਤੁਸੀਂ ਥੱਕ ਜਾਓਗੇ। ਕਹਿੰਦੇ ਫਿਰ ਤੁਸੀਂ, ਕਹਿੰਦੇ ਤੁਹਾਡਾ ਧਿਆਨ ਕਿੱਥੇ ਹੁੰਦਾ? ਕਹਿੰਦੇ ਅਸੀਂ ਤਾਂ ਇੱਕ ਕਦਮ ਚੱਕਦੇ ਕਹਿੰਦੇ ਵਾਹਿਗੁਰੂ, ਦੂਜਾ ਚੱਕਦੇ ਵਾਹਿਗੁਰੂ, ਪਹਿਲਾ ਚੱਕਦੇ ਵਾਹਿਗੁਰੂ, ਦੂਜਾ ਚੱਕਦੇ ਵਾਹਿਗੁਰੂ, ਹਰ ਕਦਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਅਸੀਂ ਤੁਰੇ ਜਾਂਦੇ ਹਾਂ। ਇਸ ਲਈ ਥੱਕਦੇ ਹੀ ਨਹੀਂ। ਜਿੱਥੇ ਰਾਤ ਪੈਂਦੀ ਹੈ ਉੱਥੇ ਆਪਾਂ ਰਾਤ ਕੱਟ ਕੇ ਸਵੇਰੇ ਫਿਰ ਤੁਰ ਪੈਂਦੇ। ਕੀ ਹੈ? ਇਹ ਹੈ ਹਿਰਦੇ 'ਚ ਨਾਮ ਦਾ ਵਸ ਜਾਣਾ। ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਕਹਿੰਦੇ ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਕਹਿੰਦੇ ਹਰ ਆਪੇ ਮੇਲੇ ਸੇਵ ਕਰਾਏ। ਪਰਮਾਤਮਾ ਆਪ ਹੀ ਜੀਵ ਨੂੰ ਗੁਰੂ ਨਾਲ ਮਿਲਾ ਕੇ ਫਿਰ ਸੇਵਾ ਕਰਵਾਉਂਦਾ ਹੈ, ਆਪ ਹੀ ਮਿਲਾਉਂਦਾ। ਪਰਮਾਤਮਾ ਜਿਸ 'ਤੇ ਕਿਰਪਾ ਕਰਦਾ ਉਹੀ ਗੁਰੂ ਦੇ ਕੋਲ ਆਉਂਦਾ, ਦੂਜਾ ਤਾਂ ਆਉਂਦਾ ਹੀ ਨਹੀਂ ਹੈਗਾ। ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਜਦੋਂ ਫਿਰ ਗੁਰੂ ਦੇ ਦਿੱਤੇ ਸ਼ਬਦ ਨੂੰ ਜਪਦਾ ਨਾ, ਦੂਜਾ ਭਾਉ ਹੁੰਦਾ ਪਿਆਰ, ਇੱਕ ਹੁੰਦਾ ਭਾਉ ਪੱਬਾ ਊੜੇ ਨੌਕੜ, ਭਾਉ ਹੁੰਦਾ ਡਰ, ਇਹ ਭੱਬੇ ਨੂੰ ਕੰਨੇ ਨਾ ਭਾਉ ਪਿਆਰ। ਭਾਉ ਦੂਜਾ ਮਾਇਆ ਦਾ ਪਿਆਰ, ਉਹਨੂੰ ਭਾਉ ਦੂਜਾ ਕਹਿੰਦੇ। ਅੰਦਰ ਜਿਹੜਾ ਮਾਇਆ ਦਾ ਪਿਆਰ ਹੈ ਉਹ ਖਤਮ ਹੋ ਜਾਂਦਾ। ਜਦੋਂ ਬੰਦਾ ਗੁਰੂ ਦੇ ਸ਼ਬਦ ਦਾ ਜਾਪ ਕਰਦਾ, ਵਾਹਿਗੁਰੂ 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 ਕਰਦਾ ਰਹਿੰਦਾ ਹੈ, ਇਹਦੇ ਅੰਦਰ ਮਾਇਆ ਦਾ ਮੋਹ ਖਤਮ ਹੋ ਜਾਂਦਾ। ਹਰ ਨਿਰਮਲ ਸਦਾ ਗੁਣ ਦਾਤਾ, ਪਰਮਾਤਮਾ ਦੇ ਨਿਰਮਲ ਹੈ, ਪਰਮਾਤਮਾ ਅੰਦਰ ਮੈਲ ਨਹੀਂ ਹੈ। ਤਾਂ ਕਿ ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਨਿਰਮਲ ਹੈ, ਜਿਹੜਾ ਉਹਦਾ ਨਾਮ ਜਪਦਾ ਰਹਿੰਦਾ ਜਪਦਾ, ਉਹ ਵੀ ਇੱਕ ਦਿਨ ਨਿਰਮਲ ਹੋ ਜਾਂਦਾ ਹੈ। ਪਰਮਾਤਮਾ ਵੀ ਨਿਰਮਲ ਤੇ ਇਹ ਬੰਦਾ ਵੀ ਨਿਰਮਲ ਹੋ ਗਿਆ, ਫਿਰ ਦੋਨਾਂ ਦਾ ਆਪਸ 'ਚ ਮੇਲ ਹੋ ਜਾਂਦਾ। ਕਿਉਂ? ਇੱਕੋ ਜਿਹੇ ਹੋ ਗਏ ਨਾ। ਮੇਲ ਤਾਂ ਹੀ ਹੁੰਦਾ ਜੇ ਸਾਡੇ ਸੁਭਾਅ ਇੱਕੋ ਜਿਹੇ ਹੋਣ। ਇੱਕੋ ਜਿਹੇ ਸੁਭਾਵਾਂ ਵਾਲੇ ਹੀ ਲੋਕ ਇਕੱਠੇ ਰਹਿੰਦੇ ਨੇ, ਇੱਕੋ ਜਿਹੇ ਸੁਭਾਵਾਂ ਵਾਲੇ ਜਾਨਵਰ ਇਕੱਠੇ ਰਹਿੰਦੇ ਨੇ। ਚਿੜੀਆਂ ਅਤੇ ਤੋਤੇ ਇਕੱਠੇ ਨਹੀਂ ਰਹਿੰਦੇ, ਕਦੇ ਵੀ ਤੁਸੀਂ ਨੋਟ ਕਰ ਲਿਓ। ਕਾਂ ਅਤੇ ਚਿੜੀਆਂ ਨਹੀਂ ਇਕੱਠੀਆਂ ਰਹਿੰਦੀਆਂ। ਕਦੇ ਤੁਸੀਂ ਡਾਰਾਂ ਆਕਾਸ਼ 'ਚ ਉੱਡਦੀਆਂ ਦੇਖੋਗੇ, ਜੇ ਕਾਂ ਜਰ ਇਕੱਲੇ ਕਾਂ ਦੀ ਡਾਰ ਹੈ, ਚਿੜੀਆਂ ਜਰ ਇਕੱਲੇ ਚਿੜੀਏ ਦੀ ਡਾਰ ਹੈ, ਤੋਤੇ ਜਰ ਇਕੱਲੇ ਤੋਤੇ ਦੀ ਡਾਰ ਹੈ। ਰਲਵੇਂ ਮਿਲਵੇਂ ਨਹੀਂ ਹੁੰਦੇ, ਕਿਉਂ? ਸੁਭਾਅ ਹੀ ਨਹੀਂ ਮਿਲਦੇ, ਸੁਭਾਅ ਨਹੀਂ ਮਿਲਦੇ। ਇਸ ਲਈ ਸਤਸੰਗੀ ਅਤੇ ਕੁਸੰਗੀ ਦਾ ਸੁਭਾਅ ਹੀ ਨਹੀਂ ਮਿਲਦਾ, ਇਸ ਲਈ ਇਹਨਾਂ ਦੀ ਨਹੀਂ ਨਿਭਦੀ। ਵੈਸ਼ਨੂੰ ਤੇ ਪੀਣ ਵਾਲੇ ਦੀ ਨਿਭਦੀ ਨਹੀਂ ਹੈ, ਉਹਦਾ ਸੁਭਾਅ ਹੋਰ ਹੈ, ਉਹਦਾ ਸੁਭਾਅ ਹੋਰ ਹੈ। ਸਾਡਾ ਸੁਭਾਅ ਹੋਰ ਹੈ, ਗੁਰੂ ਦਾ ਸੁਭਾਅ ਹੋਰ ਹੈ। ਠੀਕ ਹੈ, ਸਾਡੇ ਗੁਰੂ ਨਾਲ ਬਾਣੀ ਨਹੀਂ ਆਉਂਦੀ, ਸਾਡੇ ਗੁਰੂ ਮਹਾਰਾਜ ਠੀਕ ਹੈ ਦੇਖਣ ਨੂੰ ਅਸੀਂ ਸਿੱਖ ਹਾਂ, ਪਰ ਸਾਡਾ ਸੁਭਾਅ ਔਰ ਗੁਰੂ ਦਾ ਸੁਭਾਅ ਸਾਡਾ ਮੇਲ ਹੀ ਨਹੀਂ ਹੁੰਦਾ। ਯਾਦ ਰੱਖਣਾ, ਨਾ ਪਰਮਾਤਮਾ ਨੇ ਆਪਣਾ ਸੁਭਾਅ ਬਦਲਣਾ, ਨਾ ਗੁਰੂ ਨੇ ਬਦਲਣਾ। ਸਾਡੀ ਇੱਛਾ ਦੇ ਦੂਜਾ ਸਾਡੇ ਵਰਗਾ ਹੋ ਜਾਏ, ਪਰ ਇੱਥੇ ਨਹੀਂ ਹੋਵੇਗਾ। ਅਸੀਂ ਕਿਸੇ ਬੰਦੇ ਨੂੰ ਤਾਂ ਆਪਣੇ ਵਰਗਾ ਕਰ ਸਕਦੇ ਹਾਂ, ਪਰ ਅਸੀਂ ਗੁਰੂ ਨੂੰ ਆਪਣੇ ਵਰਗਾ ਨਹੀਂ ਕਰ ਸਕਦੇ, ਨਾ ਰੱਬ ਨੂੰ ਕਰ ਸਕਦੇ। ਸਾਨੂੰ ਹੀ ਗੁਰੂ ਵਰਗਾ ਹੋਣਾ ਪੈਣਾ, ਸਾਨੂੰ ਹੀ ਰੱਬ ਵਰਗਾ ਹੋਣਾ ਪੈਣਾ, ਤਾਂ ਅਸੀਂ ਉਹਨੂੰ ਮਿਲ ਸਕਦੇ, ਨਹੀਂ ਤਾਂ ਮਿਲ ਨਹੀਂ ਸਕਦੇ। ਜਿਹੜਾ ਸਿੱਖ ਗੁਰੂ ਨੂੰ ਨਹੀਂ ਮਿਲਿਆ, ਉਹ ਰੱਬ ਨੂੰ ਕਿੱਥੋਂ ਮਿਲੇਗਾ? ਗੁਰੂ ਨੂੰ ਮਿਲੇਗਾ ਤਾਂ ਹੀ ਗੁਰੂ ਮਹਾਰਾਜ ਜੀ ਰੱਬ ਨਾਲ ਮਿਲਾਉਣਗੇ ਨਾ। ਜੇ ਗੁਰੂ ਅਤੇ ਸਿੱਖ ਦੀ ਦੂਰੀ ਬਣੀ ਹੋਈ ਹੈ, ਸਿੱਖ ਨਾ ਗੁਰੂ ਨੂੰ ਮਿਲੇਗਾ ਨਾ ਰੱਬ ਨੂੰ ਮਿਲੇਗਾ। ਸੁਭਾਅ ਸਾਡਾ ਗੁਰੂ ਵਰਗਾ ਕਦੋਂ ਹੋਵੇਗਾ? ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ। ਭਾਈ ਲਹਿਣਾ ਜੀ ਗੁਰੂ ਨਾਨਕ ਦੀ ਗੱਲ ਨੂੰ ਖਿੜੇ ਮੱਥੇ ਮੰਨਦੇ ਸਨ, ਇਸ ਲਈ ਉਹਨਾਂ ਦਾ ਸੁਭਾਅ ਇੱਕ ਦਿਨ ਹੂ ਬਹੂ ਗੁਰੂ ਨਾਨਕ ਦੇਵ ਵਰਗਾ ਹੋ ਗਿਆ ਅਤੇ ਉਹ ਗੁਰਗੱਦੀ ਦੇ ਮਾਲਕ ਹੋ ਗਏ।
ਪੁੱਤਰਾਂ ਦਾ ਸੁਭਾਅ ਗੁਰੂ ਨਾਨਕ ਨਾਲ ਨਹੀਂ ਸੀ ਮੇਲ ਖਾਂਦਾ, ਇਸ ਲਈ ਉਹ ਨਹੀਂ ਬਣ ਸਕੇ, ਉਹ ਨਹੀਂ ਬਣ ਸਕੇ। ਪਹਿਲਾਂ ਸਾਨੂੰ ਆਪਣਾ ਸੁਭਾਅ ਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰੂ ਮਹਾਰਾਜ ਵਰਗਾ ਕਰਨਾ ਪਏਗਾ, ਫਿਰ ਸਾਡੀ ਬਣ ਆਵੇਗੀ। ਰੋਜ਼ ਗੁਰਦੁਆਰੇ ਜਾਣ ਨਾਲ ਗੱਲ ਨਹੀਂ ਬਣੇਗੀ। ਗੁਰਬਾਣੀ ਕੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਅਸੀਂ ਜਾ ਕੇ ਗੁਰੂ ਮਹਾਰਾਜ ਸਲਾਮ ਵੀ ਕਰਦੇ, ਮੱਥਾ ਟੇਕਦੇ। ਉਹ ਕਹਿੰਦੇ ਗੁਰਮੁਖਾ ਅੰਮ੍ਰਿਤ ਵੇਲੇ ਉੱਠਿਆ ਕਰ, ਇਹ ਨਹੀਂ ਜੀ ਹੁੰਦਾ, ਗੱਲ ਖਤਮ। ਸਲਾਮ ਜਵਾਬ ਦੋਵੇਂ ਕਰੇ, ਸਲਾਮ ਵੀ ਕੀਤੀ, ਅੱਗੇ ਜਵਾਬ ਵੀ ਦਿੱਤਾ, ਮੁੱਢੋਂ ਕੁੱਥਾ ਜਾਏ। ਇਹ ਤਾਂ ਉਹ ਤਾਂ ਬੰਦਾ ਮੁੱਢੋਂ ਗਲਤੀ 'ਤੇ ਹੈ, ਉਹਦੀ ਗੱਲ ਬਣਨੀ ਨਹੀਂ। ਉਹਦੀ ਸਲਾਮ ਵੀ ਐਵੇਂ, ਨਾਨਕ ਦੋਵੇਂ ਕੂੜੀਆਂ ਥਾਂ ਨ ਕਾਈ ਪਾਏ। ਉਹਦੀ ਸਲਾਮ ਵੀ ਕੂੜੀ ਤੇ ਉਹਦਾ ਜਵਾਬ ਵੀ ਕੂੜਾ। ਜੇ ਗੁਰੂ ਕੋਲ ਜਾਣਾ ਫਿਰ ਉਹਦੀ ਮੰਨਣੀ ਪੈਗੀ, ਨਹੀਂ ਤਾਂ ਆਪਣੇ ਘਰ ਬੈਠੇ ਰਹੋ। ਫਿਰ ਕੋਈ ਲੋੜ ਦੀ ਗੁਰਦਾ 'ਚ ਰੋਜ਼ ਤੁਰੇ ਫਿਰੋ ਸਵੇਰੇ ਸ਼ਾਮ ਨੂੰ ਜੀ, ਜੇ ਆਪਣੀ ਮਰਜ਼ੀ ਕਰਨੀ ਹੈ। 10 ਦੀ ਕਿਰਤ 'ਚੋਂ 1 ਰੁਪਈਆ ਵੀ ਗੁਰੂ ਮਨ ਮੱਥਾ ਟੇਕ ਦੋਗੇ ਨਾ ਤਾਂ ਵੀ ਉਹਨਾਂ ਨੂੰ ਪ੍ਰਵਾਨ ਹੈ। ਹਰਾਮ ਦੀ ਕਮਾਈ 'ਚ 1 ਲੱਖ ਰੁਪਈਆ ਟੇਕ ਦਿਓ, ਗੁਰੂ ਮਨ ਤੁਹਾਡੇ ਪੈਸੇ ਵੇਖਣੇ ਹੀ ਨਹੀਂ ਹੈਗੇ। ਸਾਡੇ ਵਰਗੇ ਪ੍ਰਬੰਧਕ ਤਾਂ ਖੁਸ਼ ਹੋ ਜਾਣਗੇ, ਆਹ ਲੱਖ ਆ ਗਏ, ਬਣਾਓ ਜੀ ਬਿਲਡਿੰਗ, ਕੁਝ ਲਾਓ ਲੰਗਰ, ਇਹ ਤਾਂ ਖੁਸ਼ ਹੋ ਜਾਣਗੇ। ਕਿ ਸਾਨੂੰ ਕਿਹੜਾ ਪਤਾ ਹੈ ਕੋਈ ਹਰਾਮ ਦੀ ਕਮਾਈ ਹੈ? ਗੁਰੂ ਮਨ ਦੇ ਪਤਾ। ਗੁਰ ਪੀਰ ਹਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਮੁਰਦਾਰ ਉਹਦੇ ਹਰਾਮ ਦੀ ਕਮਾਈ। ਗੁਰੂ ਪੀਰ ਉਸ ਬੰਦੇ ਦੀ ਹਾਮੀ ਭਰਨਗੇ ਜਿਹੜਾ 10 ਦੀ ਕਿਰਤ ਕਰਕੇ ਖਾਂਦਾ। ਹਰਾਮ ਦੀ ਕਮਾਈ ਖਾਣ ਵਾਲੇ ਦੀ ਗੁਰੂ ਹਾਮੀ ਹੋਈ ਨਹੀਂ ਭਰਦਾ। ਅਤੇ ਫਿਰ ਲਈ ਫਿਰ ਪੈਸੇ ਜਿਹਨੇ ਮਰਜ਼ੀ ਮੱਥੇ ਟੇਕੀ ਜੋ, ਆਪਣੇ ਮਨ ਨੂੰ ਝੂਠੀਆਂ ਤਸੱਲੀਆਂ ਦੇਣੀਆਂ, ਜਿੰਨੀ ਮਰਜ਼ੀ ਦੇਈ ਜਾਵੇ, ਉਹਦਾ ਕੀ ਹੈ ਜੀ? ਝੂਠੀਆਂ ਤਸੱਲੀਆਂ ਆਪਣੇ ਮਨ ਨੂੰ ਦੇਣੀਆਂ, ਉਹ ਕੋਈ ਫਾਇਦਾ ਨਹੀਂ ਹੈਗਾ। ਸੋ ਗੁਰੂ ਮਹਾਰਾਜ ਕਹਿੰਦੇ, ਹਰ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣ ਦਾਤਾ। ਪਰਮਾਤਮਾ ਨਿਰਮਲ ਹੈ, ਉਹ ਗੁਣਾਂ ਦਾ ਦਾਤਾ ਹੈ। ਜਦੋਂ ਆਪਾਂ ਉਹਦਾ ਨਾਮ ਜਦਾ ਵਾਹਿਗੁਰੂ 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 ਵਾਹਿਗੁਰੂ, ਪਰਮਾਤਮਾ ਵਾਲੇ ਗੁਣ ਸਾਡੇ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰਦੇ ਜਾਂਦੇ ਨੇ। ਸਾਨੂੰ ਵਿਸ਼ੇਸ਼ ਨਹੀਂ ਵਿਸ਼ੇਸ਼ ਕਰਨਾ ਪੈਣਾ। ਵਾਹਿਗੁਰੂ 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 ਕਰਦਿਆਂ ਵਾਹਿਗੁਰੂ ਵਾਲੇ ਗੁਣ ਸਾਡੇ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰੀ ਜਾ, ਅਸੀਂ ਗੁਣਵਾਨ ਹੋ ਜਾਵਾਂਗੇ ਇੱਕ ਦਿਨ। ਅਸੀਂ ਪਰਮਾਤਮਾ ਨਿਰਮਲ ਹੈ, ਉਹ ਸਦਾ ਗੁਣਾਂ ਦਾ ਦਾਤਾ ਹੈ। ਹਰ ਗੁਣ ਮੈਂ ਆਪ ਸਮਾਵਣੇ, ਕਿਉਂਕਿ ਪਰਮਾਤਮਾ ਆਪਣੇ ਗੁਣਾਂ ਦੇ ਵਿੱਚ ਸਮਾਇਆ ਹੋਇਆ ਹੈ। ਜੋ ਆਪਾਂ ਕਹਿੰਦੇ ਵਾਹਿਗੁਰੂ, ਪਰਮਾਤਮਾ ਦੇ ਵਾਹਿਗੁਰੂ ਵਿੱਚ ਹੈ। ਵਾਹਿਗੁਰੂ ਇੱਕ ਸ਼ਬਦ ਹੈ ਜਿਹਦਾ ਅਰਥ ਹੈ ਵਾਹਿਗੁਰੂ ਵਾਹਿਗੁਰੂ। ਵਾਹ ਸ਼ਬਦ ਜਿਹੜਾ ਅਰਬੀ ਭਾਸ਼ਾ ਦਾ ਹੈ। ਵਾਹ ਦਾ ਹੁੰਦਾ ਧੰਨ 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 ਗੁਰੂ, ਧੰਨ ਗੁਰੂ, ਧੰਨ ਗੁਰੂ, ਵਡਿਆਈ ਕਰਨੀ। ਇਹ ਵਾਹੋ ਨਹੀਂ, ਵਾਹੋ ਗੋਬਿੰਦ ਸਿੰਘ ਨਹੀਂ ਕਹਿਣਾ। ਇਹ ਹਿੰਦੀ ਪੰਜਾਬੀ ਦਾ ਸ਼ਬਦ ਨਹੀਂ ਹੈ, ਇਹ ਵਾਹ ਅਰਬੀ ਭਾਸ਼ਾ ਦਾ ਸ਼ਬਦ ਹੈ, ਅਤੇ ਉੱਥੇ ਦਾ ਉਚਾਰਨ ਵਾਹ ਹੈ, ਵਾਹੋ ਨਹੀਂ ਹੈ। ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਇਸ ਤਰ੍ਹਾਂ ਕਹਿਣਾ ਚਾਹੀਦਾ। ਖੈਰ, ਹਰ ਗੁਣ ਮੈਂ ਆਪ ਸਮਾਵਣਿਆ। ਹਰੀ ਜਿਹੜਾ ਹੈ ਆਪਣੇ ਗੁਣਾਂ ਦੇ ਵਿੱਚ ਸਮਾਇਆ ਹੋਇਆ ਹੈ। ਜਦ ਅਸੀਂ ਵਾਹਿਗੁਰੂ 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 ਕਰਦੇ ਨਾ, ਅਤੇ ਬਸ ਵਾਹਿਗੁਰੂ ਸੁਣ ਰਿਹਾ, ਉਹ ਮੈਨੂੰ ਵੇਖ ਵੀ ਰਿਹਾ, ਉਹ ਮੈਨੂੰ ਸੁਣ ਵੀ ਰਿਹਾ। ਮੈਂ ਕਥਾ ਕਰ ਰਿਹਾ, ਤੀਸਰੇ ਪਾਤਸ਼ਾਹ ਮੈਨੂੰ ਵੇਖ ਰਹੇ ਨੇ, ਤੀਜੇ ਪਾਤਸ਼ਾਹ ਮੈਨੂੰ ਸੁਣ ਰਹੇ ਨੇ। ਇਹ ਕੀ ਕਹਿ ਰਿਹਾ? ਇਹ ਕੀ ਕਹਿ ਰਹੇ? ਸੁਣ ਰਹੇ ਨੇ, ਉਹ ਮੈਨੂੰ ਵੇਖ ਵੀ ਰਹੇ ਨੇ। ਇਹ ਕਿਵੇਂ ਬੈਠਾ? ਜਦ ਤੁਸੀਂ ਨਿਤਨੇਮ ਕਰਦੇ ਹੋ, ਜਦ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਗੁਰੂ ਮਹਾਰਾਜ ਬਾਣੀ ਦੇ ਵਿੱਚ ਬੈਠੇ ਨੇ। ਉਹ ਤੁਹਾਡੇ ਜਪਜੀ ਸਾਹਿਬ ਸੁਣ ਵੀ ਰਹੇ ਨੇ ਅਤੇ ਤੁਹਾਨੂੰ ਵੇਖ ਵੀ ਰਹੇ ਨੇ। ਉਹ ਸੁਣ ਵੀ ਰਹੇ ਨੇ, ਉਹ ਵੇਖ ਵੀ ਰਹੇ ਨੇ, ਪਰ ਸਾਡੀ ਦਿਵ ਦ੍ਰਿਸ਼ਟੀ ਨਾ ਖੁੱਲ੍ਹੀ ਹੋਣ ਕਰਕੇ ਸਾਨੂੰ ਦਿਸਦੇ ਨਹੀਂ ਹੈਗੇ। ਜਿੱਥੇ ਕਿਸੇ 'ਤੇ ਕਿਰਪਾ ਹੋਗੀ ਨਾ, ਫਿਰ ਉਹਨੂੰ ਪਤਾ ਲੱਗੂਗਾ ਵੀ ਹਾਂ, ਗੁਰੂ ਮਹਾਰਾਜ ਤਾਂ ਆਪਣੀ ਬਾਣੀ ਦੇ ਵਿੱਚ ਬੈਠੇ ਨੇ, ਪਰਮਾਤਮਾ ਆਪਣੇ ਨਾਮ ਦੇ ਵਿੱਚ ਬੈਠਾ ਹੈ। ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਨਾ, ਪਰਮਾਤਮਾ ਸੁਣ ਰਿਹਾ ਉਸ ਨੂੰ। ਤਾਂ ਕਿ ਜਿੱਥੇ ਹਰ ਅਰਾਧੀ ਹੈ, ਤਿੱਥੇ ਹਰ ਮਿੱਤ ਸਹਾਈ।
ਜਿੱਥੇ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਮਿੱਤਰ ਬਣ ਕੇ ਉੱਥੇ ਤੁਹਾਡੀ ਸਹਾਇਤਾ ਕਰੇਗਾ। ਇਹ ਨਾ ਸਮਝੋ ਗੁਰੂ ਮਹਾਰਾਜ ਗੁਰਦੁਆਰੇ ਜਾ ਕੇ ਮੇਰੀ ਸਹਾਇਤਾ ਕਰਨੀ। ਤੁਸੀਂ ਜਿੱਥੇ ਵੀ ਬਾਣੀ ਪੜ੍ਹ ਰਹੇ ਹੋ, ਗੁਰੂ ਮਹਾਰਾਜ ਉੱਥੇ ਹੀ ਹਾਜ਼ਰ ਨੇ, ਉੱਥੇ ਹੀ ਹਾਜ਼ਰ ਨੇ। ਜੇ ਦਿਵ ਦ੍ਰਿਸ਼ਟੀ ਖੁੱਲੀ ਤਾਂ ਉੱਥੇ ਦਿਸ ਜਾਣਗੇ, ਤੇ ਜੇ ਨਹੀਂ ਖੁੱਲੀ ਤਾਂ ਫਿਰ ਗੁਰਦੁਆਰੇ ਵੀ ਨਹੀਂ ਦਿਸਣਾ। ਫਿਰ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਹੀ ਦਿਸੇਗਾ। ਫਿਰ ਇਹਦੇ ਵਿੱਚ ਗੁਰੂ ਨਾਨਕ ਤੇ 10ਵੇਂ ਪਾਤਸ਼ਾਹ ਦਾ ਕੋਈ ਵਿੱਚ ਤੁਹਾਨੂੰ ਦਿਸੇਗਾ। ਹਾਂ, ਗੁਰੂ ਗ੍ਰੰਥ ਜ਼ਰੂਰ ਦਿਸ ਜਾਏਗਾ। ਅਤੇ ਜਦ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਸਭ ਕੁਝ ਦਿਸੇਗਾ ਵਿੱਚੋਂ, ਸਭ ਕੁਝ ਵਿੱਚ ਹੀ ਹੈ। ਤਾਂ ਹੀ ਕਿ ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਏ। ਸੋ ਹਰ ਨਿਰਮਲ ਸਦਾ ਗੁਣ ਦਾਤਾ। ਹਰੀ ਨਿਰਮਲ ਹੈ, ਪਵਿੱਤਰ ਹੈ, ਉਹ ਗੁਣਾਂ ਦਾ ਦਾਤਾ ਹੈ। ਹਰ ਗੁਣ ਮੈਂ ਆਪ ਸਮਾ ਬਣਿਆ। ਹਰੀ ਆਪਣੇ ਗੁਣਾਂ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ। ਸੋ ਇਸ ਲਈ ਸਤਿਕਾਰਯੋਗ ਸਾਧ ਸੰਗਤ, ਜਿੰਨਾ ਸਮਾਂ ਮਿਲੇ ਆਪਣੇ ਸੰਸਾਰਕ ਕੰਮ ਧੰਦੇ ਕਰਨੇ ਨੇ, ਰੁਜ਼ਗਾਰ ਤਾਂ ਕਰਨਾ ਹੀ ਕਰਨਾ ਹੈ, ਆਪਣੇ ਪਰਿਵਾਰ ਨੂੰ ਪਾਲਣਾ ਹੀ ਪਾਲਣਾ ਹੈ। ਉਹਦੇ ਲਈ ਮਾਇਆ ਦੀ ਲੋੜ ਹੁੰਦੀ ਹੈ, ਸੋ ਮਾਇਆ ਕਮਾਣੀ ਹੈ। ਬਾਕੀ ਜਿੰਨਾ ਸਮਾਂ ਮਿਲੇ ਭਜਨ ਬੰਦਗੀ ਦੇ ਲੇਖੇ ਲਾਉਣਾ ਚਾਹੀਦਾ, ਤਾਂ ਹੀ ਸਾਡਾ ਲੋਕ ਸੁਖੀ ਹੈ, ਪਰ ਲੋਕ ਸੁਹਲੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।